ਪੰਜ ਪਿਆਰੇ। ਗੁਰੂ ਸਾਹਿਬਾਨ ਨੇ ਆਪਣੇ ਸਿੱਖਾਂ ਦੀ ਅਧਿਆਤਮਕ ਉੱਚਤਾ ਨੂੰ ਸਿਖਰਾਂ ਤੇ ਪਹੁੰਚਾਉਣ ਹਿੱਤ ਜੋ ਉਪਰਾਲਾ ਕੀਤਾ, ਉਸ ਮੰਤਵ ਵਿੱਚ ਸਤਿਗੁਰੂ ਜੀ ਪੂਰੀ ਤਰ੍ਹਾਂ ਸਫਲ ਹੋਏ। ਸਿੱਖਾਂ ਦੀ ਇਹ ਅਧਿਆਤਮਕ ਉੱਚਤਾ ਜੋ ਸਿਖਰਾਂ ਨੂੰ ਛੂਹੰਦੀ ਸੀ, ਗੁਰੂ ਜੀ ਨੂੰ ਅਤ ਪਿਆਰੀ ਸੀ। ਸਤਿਗੁਰੂ ਜੀ ਨੇ ਹਰ ਪੱਖੋਂ ਆਪਣੇ ਸਿੱਖਾਂ ਨੂੰ ਆਪਣੇ ਵਰਗਾ ਬਣਾਉਣ ਲਈ ਪੂਰਾ ਯਤਨ ਕੀਤਾ। ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਮੁੱਢਲੀ ਬਾਣੀ ਜਪਜੀ ਸਾਹਿਬ ਦੀ 16ਵੀਂ ਪੌੜੀ ਰਾਹੀਂ ਪੰਜ ਪ੍ਰਵਾਨ, ਪੰਜ ਪ੍ਰਧਾਨ ਦੀ ਅਧਿਆਤਮਕ ਉੱਚਤਾ ਦੇ ਪਦ ਦੀ ਪ੍ਰਾਪਤੀ ਵਾਲੇ ਗੁਰਮੁਖਾਂ ਨੂੰ ਸਲਾਹਿਆ। ਗੁਰਬਾਣੀ ਅਨੁਸਾਰ ਅਜਿਹੀਆਂ ਆਤਮਾਵਾਂ ਨੂੰ ਗੁਰੂ ਸਾਹਿਬ ਨੇ ਆਪਣੇ ਵਿੱਚ ਅਭੇਦ ਕਰਕੇ ਫਰਮਾਇਆ ਕਿ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਜਿਸ ਤੋਂ ਸਪਸ਼ਟ ਜ਼ਾਹਰ ਹੁੰਦਾ ਹੈ ਕਿ ਗੁਰੂ ਅਤੇ ਗੁਰੂ ਦੇ ਸਿੱਖ ਭਾਵ ਪੰਜ ਜਨ ਜੋ ਪ੍ਰਵਾਨ ਹੋ ਚੁੱਕੇ ਨੇ, ਉਹਨਾਂ ਦਾ ਜੀਵਨ ਮਨੋਰਥ ਇੱਕੋ ਹੀ ਹੈ ਅਤੇ ਉਹ ਹੈ ਗੁਰੂ ਉਪਦੇਸ਼ ਨੂੰ ਪਹਿਲੇ ਖੁਦ ਅਪਣਾ ਕੇ ਉਸ ਦੀ ਕਮਾਈ ਕਰਕੇ ਫਿਰ ਲੋਕਾਈ ਵਿੱਚ ਉਸ ਦਾ ਪ੍ਰਸਾਰ ਕਰਨਾ। ਇਸੇ ਹੀ ਆਸ਼ੇ ਨੂੰ ਮੁੱਖ ਰੱਖ ਕੇ ਗੁਰੂ ਸਾਹਿਬਾਨ ਨੇ ਆਪਣੇ ਜੀਵਨ ਕਾਲ ਦੌਰਾਨ ਪ੍ਰਮੁੱਖ ਸਿੱਖਾਂ ਵਿੱਚੋਂ ਪੰਜਾਂ ਨੂੰ ਪ੍ਰਧਾਨਤਾ ਪ੍ਰਦਾਨ ਕੀਤੀ, ਜਿਸ ਦੇ ਹਵਾਲੇ ਇਤਿਹਾਸ ਵਿੱਚ ਬੇਅੰਤ ਮਿਲਦੇ ਹਨ। ਪੰਜਾਂ ਪਿਆਰਿਆਂ ਦੀ ਸਾਜਨਾ ਦਾ ਸੰਕਲਪ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਅਤੇ ਉੱਤਰਾਧਿਕਾਰੀ ਗੁਰੂ ਸਾਹਿਬਾਨਾਂ ਦੇ ਇਤਿਹਾਸ ਵਿੱਚੋਂ ਮਿਲਦਾ ਹੈ। ਭਾਈ ਗੁਰਦਾਸ ਜੀ ਨੇ ਵੀ ਆਪਣੀ 13ਵੀਂ ਵਾਰ ਦੀ 19ਵੀਂ ਪੌੜੀ ਵਿੱਚ ਪੰਜ ਆਤਮ ਰਸੀਆਂ ਆਤਮਾਵਾਂ ਦੇ ਮਿਲਾਪ ਵਿੱਚ ਪਰਮੇਸ਼ਰ ਦੀ ਮੌਜੂਦਗੀ ਦੀ ਗਵਾਹੀ ਭਰੀ ਹੈ। ਭਾਈ ਸਾਹਿਬ ਦਾ ਫਰਮਾਨ ਹੈ ਕਿ ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਪੂਰਬਲੇ ਗੁਰੂ ਸਾਹਿਬਾਨ ਦੇ ਸਨਮੁਖ ਪ੍ਰਮੁੱਖ ਪੰਜ ਸਿੱਖ ਇਸ ਸੰਸਥਾ ਦਾ ਮੁੱਢਲਾ ਰੂਪ ਸਨ, ਜਿਸ ਤੋਂ ਅੱਗੇ ਜਾ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਹੱਥਾਂ ਵਿੱਚ ਇਹ ਸੰਸਥਾ ਸਿਖਰਾਂ ਨੂੰ ਛੂਹੀ। ਗੁਰੂ ਅਰਜਨ ਦੇਵ ਜੀ ਦੇ ਵੀ ਪੰਜ ਸਿੱਖ ਭਾਈ ਬਿਧੀ ਚੰਦ, ਭਾਈ ਜੇਠਾ, ਭਾਈ ਲੰਗਾ, ਭਾਈ ਪੁਰਾਣਾ ਅਤੇ ਭਾਈ ਪੈੜਾ ਜੀ ਨੂੰ ਪ੍ਰਮੁੱਖਤਾ ਹਾਸਲ ਸੀ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਵੇਲੇ ਦੀਵਾਨ ਮਤੀ ਦਾਸ, ਭਾਈ ਗੁਰਦਿੱਤਾ ਜੀ, ਭਾਈ ਦਿਆਲਾ ਜੀ, ਭਾਈ ਊਦਾ ਜੀ, ਭਾਈ ਜੈਤਾ ਜੀ ਆਤਮ ਗਿਆਨੀ ਪੰਜ ਪਿਆਰੇ ਹੋਏ। ਦਸਮ ਪਾਤਸ਼ਾਹ ਜੀ ਨੇ ਇਸੇ ਹੀ ਸਿਧਾਂਤ ਨੂੰ ਅੱਗੇ ਤੋਰਦਿਆਂ ਅਤੇ ਸਿਖਰਾਂ ਤੇ ਪਹੁੰਚਾਉਂਦਿਆਂ ਖਾਲਸੇ ਦੀ ਸਿਰਜਣਾ ਕਰਨ ਸਮੇਂ ਸਭ ਤੋਂ ਪਹਿਲਾਂ ਸੰਗਤ ਵਿੱਚੋਂ ਪਰਖ ਕਰਕੇ ਪੰਜ ਪਿਆਰਿਆਂ ਦੀ ਚੋਣ ਕੀਤੀ, ਉਹਨਾਂ ਨੂੰ ਅੰਮ੍ਰਿਤ ਦੀ ਦਾਤ ਬਖਸ਼ੀ। ਫਿਰ ਉਹਨਾਂ ਅੱਗੇ ਆਪ ਹੱਥ ਜੋੜ ਕੇ ਅੰਮ੍ਰਿਤ ਦਾਤ ਦੀ ਜਾਚਨਾ ਕਰਦੇ ਹੋਏ ਬੇਨਤੀ ਕੀਤੀ। ਫਿਰ ਸੰਗਤਾਂ ਨੂੰ ਪੰਜਾਂ ਰਾਹੀਂ ਅੰਮ੍ਰਿਤ ਦੀ ਦਾਤ ਦਿੱਤੀ ਅਤੇ ਅੱਗੇ ਤੋਂ ਗੁਰੂ ਦੀਕਸ਼ਿਤ ਹੋਣ ਦਾ ਰਾਹ ਪੰਜਾਂ ਰਾਹੀਂ ਚਰਨ ਪੌਲ ਤੋਂ ਖੰਡੇ ਦੀ ਪੌਲ ਦੁਆਰਾ ਬਦਲ ਦਿੱਤਾ। ਖੰਡੇ ਦੀ ਪੌਲ ਰਾਹੀਂ ਸਿੱਖਾਂ ਨੂੰ ਦੀਕਸ਼ਿਤ ਕਰਨ ਦਾ ਅਧਿਕਾਰ ਕੇਵਲ ਕੋਈ ਖਾਸ ਪੰਜ ਸਿੰਘਾਂ ਨੂੰ ਪ੍ਰਾਪਤ ਨਹੀਂ, ਸਗੋਂ ਕੋਈ ਵੀ ਰਹਿਤਵਾਨ ਆਤਮ ਰਸੀਏ ਪੰਜ ਸਿੰਘ ਇਸ ਕਾਰਜ ਦੀ ਪੂਰਤੀ ਕਰਨ ਦੇ ਅਧਿਕਾਰੀ ਹਨ। ਇਸ ਤਰ੍ਹਾਂ ਇਹ ਅਧਿਕਾਰ ਉੱਚ ਜਾਤੀ ਪੁਰੋਹਿਤ ਵਰਗ ਕੋਲ ਨਾ ਰਹਿ ਕੇ ਸਦੀਆਂ ਤੋਂ ਚੱਲੀ ਆ ਰਹੀ ਏਕਾ ਅਧਿਕਾਰ ਦੀ ਪਰੰਪਰਾ, ਜਿਸ ਨੇ ਸਮਾਜ ਵਿੱਚ ਪੁਰੋਹਿਤ ਵਰਗ ਦੀ ਮਨਮਰਜ਼ੀ ਕਾਰਨ ਬਹੁਤ ਵਿਗਾੜ ਪੈਦਾ ਕਰ ਦਿੱਤਾ ਸੀ, ਉੱਤੇ ਸੱਟ ਮਾਰ ਕੇ ਉਸ ਨੂੰ ਸਦਾ ਲਈ ਖਤਮ ਕਰ ਦਿੱਤਾ। ਵੱਡੀ ਕ੍ਰਾਂਤੀਕਾਰੀ ਗੱਲ ਤਾਂ ਇਹ ਹੈ ਕਿ ਰਹਿਤਵੰਨ ਸੰਘ ਕਿਸੇ ਵੀ ਅਖੌਤੀ ਜਾਤ, ਭਾਵੇਂ ਉਹ ਪ੍ਰਚਲਿਤ ਸਮਾਜ ਵਿੱਚ ਕਿਤਨੀ ਨੀਵੀਂ ਵੀ ਕਿਉਂ ਨਾ ਹੋਵੇ, ਉਸ ਨਾਲ ਸੰਬੰਧਿਤ ਹੋਣ ਜਾਂ ਕਿਸੇ ਵੀ ਹੋਰ ਜਾਤ ਨਾਲ, ਗੁਰੂ ਮਰਜ਼ਾਦਾ ਅਨੁਸਾਰ ਸੰਗਤ ਨੂੰ ਅੰਮ੍ਰਿਤ ਛਕਾਉਣ ਦੇ ਅਧਿਕਾਰੀ ਹਨ। ਦਸਮ ਪਾਤਸ਼ਾਹ ਜੀ ਨੇ ਖਾਲਸੇ ਦੀ ਉਸਤਤ ਕਰਦਿਆਂ ਖਾਲਸਾ ਮੇਰੋ ਸਤਿਗੁਰ ਪੂਰਾ ਕਹਿ ਦਿੱਤਾ ਅਤੇ ਇਸ ਨੂੰ ਅਮਲੀ ਜਾਮਾ ਆਪਣੇ ਜੀਵਨ ਕਾਲ ਵਿੱਚ ਵੀ ਪਹਿਨਾਇਆ। ਜਦੋਂ ਉਹਨਾਂ ਪੰਜਾਂ ਅੱਗੇ ਕਈ ਵਾਰ ਸੀਸ ਨਵਾ ਕੇ ਉਹਨਾਂ ਦਾ ਹੁਕਮ ਮੰਨਿਆ, ਸਤਿਗੁਰਾਂ ਨੇ ਆਪਣਾ ਪੰਜ ਭੂਤਕ ਸਰੀਰ ਅਲੋਪ ਕਰਨ ਤੋਂ ਪਹਿਲਾਂ ਹੀ ਆਪਣੇ ਸਾਰੇ ਅਧਿਕਾਰ ਖਾਲਸੇ ਨੂੰ ਸੌਂਪਦਿਆਂ ਅੱਗੇ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਸਿੱਖਾਂ ਨੂੰ ਪੰਜਾਂ ਪਿਆਰਿਆਂ ਰਾਹੀਂ ਗੁਰ ਉਪਦੇਸ਼ ਦ੍ਰਿੜ ਕਰਾਉਣ ਦਾ ਅਧਿਕਾਰ ਦਿੱਤਾ। ਪੰਜਾਂ ਨੂੰ ਸੰਗਤ ਨੂੰ ਗੁਰੂ ਦੀਕਸ਼ਿਤ ਕਰਨ ਦਾ ਅਧਿਕਾਰ ਤਾਂ ਹੈ ਹੀ, ਉਹਨਾਂ ਨੂੰ ਪੰਥ ਦੀ ਅਗਵਾਈ ਕਰਨ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ। ਸੰਮਤ 1756 ਦੀ ਵਿਸਾਖੀ ਭਾਵ 1699 ਈਸਵੀ ਵਿਸਾਖੀ ਵਾਲੇ ਦਿਨ ਪੰਜਾਂ ਪਿਆਰਿਆਂ ਦੀ ਚੋਣ ਅਲੌਕਿਕ ਢੰਗ ਨਾਲ ਕੀਤੀ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਕੇ ਛਕਾਇਆ ਅਤੇ ਗੁਰਦੇਵ ਪਾਤਸ਼ਾਹ ਨੇ ਆਪ ਵੀ ਉਹਨਾਂ ਪੰਜਾਂ ਪਾਸੋਂ ਅੰਮ੍ਰਿਤ ਦੀ ਪਹੁਲ ਲਈ। ਇਵੇਂ ਗੁਰੂ ਨਾਨਕ ਦੇਵ ਜੀ ਦੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਇਹਨਾਂ ਪੰਜਾਂ ਪਿਆਰਿਆਂ ਦੇ ਸ਼ੁਭ ਨਾਮ ਅਤੇ ਸੰਖੇਪ ਜੀਵਨ ਵਰਣਨ ਇਸ ਪ੍ਰਕਾਰ ਹੈ। ਭਾਈ ਦਇਆ ਸਿੰਘ ਜੀ, ਆਪ ਜੀ ਦਾ ਜਨਮ ਲਾਹੌਰ ਨਿਵਾਸੀ ਸ੍ਰੀ ਸੁਦੇ ਖੱਤਰੀ ਦੇ ਘਰ ਮਾਤਾ ਦਿਆਲੀ ਦੀ ਕੁੱਖੋਂ 1726 ਨੂੰ ਹੋਇਆ। ਆਪ ਜੀ ਦੇ ਮਾਤਾ ਪਿਤਾ ਪਰਮਾਰਥ ਦੀ ਲਗਨ ਵਾਲੇ ਸਨ, ਸਿੱਖੀ ਵਿੱਚ ਅਥਾਹ ਸ਼ਰਧਾ ਰੱਖਦੇ ਸਨ।
1734 ਬਿਕਰਮੀ ਨੂੰ ਅਨੰਦਪੁਰ ਸਾਹਿਬ ਗੁਰੂ ਦਰਬਾਰ ਵਿੱਚ ਪੁੱਜੇ। 1756 ਸੰਮਤ ਦੀ ਵਿਸਾਖੀ ਨੂੰ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਦੇ ਸੀਸ ਦੀ ਮੰਗ ਕੀਤੀ, ਤਦ ਸਭ ਤੋਂ ਪਹਿਲਾਂ ਹਾਜ਼ਰ ਹੋਣ ਵਾਲੇ ਆਪ ਸਨ। ਅੰਮ੍ਰਿਤ ਛਕ ਕੇ ਦਇਆ ਰਾਮ ਤੋਂ ਦਇਆ ਸਿੰਘ ਬਣੇ। ਪਹਾੜੀ ਰਾਜਿਆਂ ਅਤੇ ਮੁਗਲਾਂ ਨਾਲ ਜੰਗਾਂ ਯੁੱਧਾਂ ਵਿੱਚ ਆਪ ਬੜੀ ਬਹਾਦਰੀ ਨਾਲ ਲੜੇ। ਚਮਕੌਰ ਦੀ ਜੰਗ ਤੋਂ ਬਾਅਦ ਆਪ ਜੀ ਗੁਰੂ ਸਾਹਿਬ ਜੀ ਦੇ ਨਾਲ ਨੰਦੇੜ ਤੱਕ ਗਏ। ਸਤਿਗੁਰੂ ਜੀ ਵੱਲੋਂ ਲਿਖੇ ਜਫਰਨਾਮੇ ਨੂੰ ਔਰੰਗਜ਼ੇਬ ਤੱਕ ਪਹੁੰਚਾਉਣ ਦਾ ਕਾਰਜ ਵੀ ਆਪ ਭਾਈ ਦਇਆ ਸਿੰਘ ਜੀ ਨੇ ਹੀ ਕੀਤਾ। ਸੰਮਤ 1765 ਬਿਕਰਮੀ ਨੂੰ ਹਜੂਰ ਸਾਹਿਬ ਨੰਦੇੜ ਵਿਖੇ ਹੀ ਆਪ ਸੱਚਖੰਡ ਪਿਆਨਾ ਕਰ ਗਏ। ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਨਾਲ ਹੀ ਮਾਤਾ ਭਾਗੋ ਦੇ ਬੁੰਗੇ ਦੇ ਨਜ਼ਦੀਕ ਆਪ ਜੀ ਦਾ ਅੰਗੀਠਾ ਮੌਜੂਦ ਹੈ। ਭਾਈ ਧਰਮ ਸਿੰਘ ਜੀ। ਭਾਈ ਧਰਮ ਸਿੰਘ ਜੀ ਦਾ ਜਨਮ ਹਸਤਨਾਪੁਰ ਭਾਵ ਦਿੱਲੀ ਸ੍ਰੀ ਸੰਤ ਰਾਮ ਜੱਟ ਦੇ ਘਰ ਮਾਤਾ ਸਾਬੋ ਦੀ ਕੁੱਖੋਂ 1724 ਬਿਕਰਮੀ ਮੁਤਾਬਕ 1667 ਈਸਵੀ ਨੂੰ ਹੋਇਆ। 1735 ਬਿਕਰਮੀ ਅਥਵਾ 1678 ਈਸਵੀ ਵਿੱਚ ਕਲਗੀਧਰ ਪਾਤਸ਼ਾਹ ਜੀ ਦੀ ਸ਼ਰਨ ਆਏ। 1756 ਸੰਮਤ ਭਾਵ 1699 ਦੀ ਵਿਸਾਖੀ ਦੇ ਸ਼ੁਭ ਅਵਸਰ ਉੱਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸੀਸ ਦੀ ਦੂਸਰੀ ਵਾਰ ਮੰਗ ਦੁਹਰਾਉਣ ਵੇਲੇ ਭਾਈ ਧਰਮ ਸਿੰਘ ਜੀ ਨੇ ਸੀਸ ਭੇਟ ਕੀਤਾ। ਅੰਮ੍ਰਿਤ ਛਕ ਕੇ ਧਰਮਦਾਸ ਤੋਂ ਧਰਮ ਸਿੰਘ ਬਣ ਗਏ। ਆਪ ਜੀ ਮੁਗਲਾਂ ਤੇ ਪਹਾੜੀ ਰਾਜਿਆਂ ਨਾਲ ਜੰਗਾਂ ਯੁੱਧਾਂ ਵਿੱਚ ਸ਼ਾਮਲ ਹੋਏ ਅਤੇ ਇਹ ਵੀ ਭਾਈ ਦਇਆ ਸਿੰਘ ਜੀ ਦੀ ਤਰ੍ਹਾਂ ਨੰਦੇੜ ਤੱਕ ਸਤਿਗੁਰੂ ਜੀ ਦੀ ਸੇਵਾ ਵਿੱਚ ਰਹੇ। ਇਹਨਾਂ ਦਾ ਪਰਲੋਕ ਗਮਨ 1765 ਨੂੰ ਹਜੂਰ ਸਾਹਿਬ ਨੰਦੇੜ ਵਿਖੇ ਹੀ ਹੋਇਆ। ਭਾਈ ਦਇਆ ਸਿੰਘ ਜੀ ਅਤੇ ਭਾਈ ਧਰਮ ਸਿੰਘ ਜੀ ਦਾ ਅੰਗੀਠਾ ਬੁੰਗਾ ਮਾਤਾ ਭਾਗੋ ਜੀ ਦੇ ਨਜ਼ਦੀਕ ਤਖਤ ਹਜੂਰ ਸਾਹਿਬ ਸੱਚਖੰਡ ਦੇ ਨਜ਼ਦੀਕ ਮੌਜੂਦ ਹੈ। ਭਾਈ ਹਿੰਮਤ ਸਿੰਘ ਜੀ। ਭਾਈ ਹਿੰਮਤ ਸਿੰਘ ਜੀ ਦਾ ਜਨਮ ਜਗਨਨਾਥਪੁਰੀ ਦੇ ਨਿਵਾਸੀ ਸ੍ਰੀ ਗੁਲਜਾਰੀ ਝਿਊਰ ਦੇ ਘਰ ਮਾਤਾ ਧੰਨੋ ਜੀ ਦੀ ਕੁੱਖੋਂ ਸੰਮਤ 1718 ਮੁਤਾਬਕ 1661 ਈਸਵੀ ਵਿੱਚ ਹੋਇਆ। 1699 ਈਸਵੀ ਦੀ ਵਿਸਾਖੀ ਸਮੇਂ ਜਦੋਂ ਦਸ਼ਮੇਸ਼ ਪਿਤਾ ਜੀ ਨੇ ਤੀਸਰੇ ਸਿਰ ਦੀ ਮੰਗ ਕੀਤੀ, ਤਦ ਹਿੰਮਤ ਰਾਏ ਜੀ ਨੇ ਸੀਸ ਭੇਂਟ ਕੀਤਾ ਅਤੇ ਅੰਮ੍ਰਿਤ ਛਕ ਕੇ ਹਿੰਮਤ ਰਾਏ ਤੋਂ ਹਿੰਮਤ ਸਿੰਘ ਬਣੇ। ਪਹਿਲੀਆਂ ਜੰਗਾਂ ਵਿੱਚ ਆਪ ਜੀ ਨੇ ਜੌਹਰ ਵਿਖਾਏ ਅਤੇ ਆਪ ਜੀ ਸੰਮਤ 1761 ਮੁਤਾਬਕ 1704 ਈਸਵੀ ਨੂੰ ਚਮਕੌਰ ਸਾਹਿਬ ਦੀ ਜੰਗ ਸਮੇਂ ਬੜੀ ਬਹਾਦਰੀ ਨਾਲ ਜੂਝਦੇ ਹੋਏ ਵੈਰੀਆਂ ਦੇ ਆਹੂ ਲਾਉਂਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਭਾਈ ਮੋਹਕਮ ਸਿੰਘ ਜੀ। ਭਾਈ ਮੋਹਕਮ ਸਿੰਘ ਜੀ ਦਾ ਜਨਮ ਦਵਾਰਕਾ ਨਿਵਾਸੀ ਸ੍ਰੀ ਤੀਰਥ ਚੰਦ ਸ਼ਿੰਬੇ ਦੇ ਘਰ ਮਾਤਾ ਦੇਵੀ ਬਾਈ ਜੀ ਦੀ ਕੁੱਖੋਂ ਸੰਮਤ 1720 ਮੁਤਾਬਕ 1663 ਈਸਵੀ ਨੂੰ ਹੋਇਆ। 1738 ਬਿਕਰਮੀ ਨੂੰ ਆਪ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਸ਼ਰਨੇ ਆਏ ਅਤੇ ਖਾਲਸਾ ਸਾਜਨਾ ਦਿਵਸ ਦੀ ਵਿਸਾਖੀ ਸਮੇਂ ਆਪ ਜੀ ਨੇ ਦਸ਼ਮੇਸ਼ ਪਿਤਾ ਜੀ ਵੱਲੋਂ ਚੌਥੇ ਸੀਸ ਦੀ ਮੰਗ ਸਮੇਂ ਸੀਸ ਭੇਂਟ ਕੀਤਾ ਅਤੇ ਅੰਮ੍ਰਿਤ ਛਕ ਕੇ ਮੋਹਕਮ ਚੰਦ ਤੋਂ ਮੋਹਕਮ ਸਿੰਘ ਬਣ ਗਏ। ਆਪ ਸਾਰੀਆਂ ਜੰਗਾਂ ਵਿੱਚ ਸ਼ਾਮਲ ਹੋਏ ਅਤੇ ਚਮਕੌਰ ਸਾਹਿਬ ਦੇ ਯੁੱਧ ਵਿੱਚ ਸੂਰਮਗਤੀ ਨਾਲ ਲੜਦੇ ਹੋਏ ਅਨੇਕਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਾਦਤ ਦਾ ਜਾਮ ਪੀ ਗਏ। ਭਾਈ ਸਾਹਿਬ ਸਿੰਘ ਜੀ। ਬਿਦਰ ਨਿਵਾਸੀ ਸ੍ਰੀ ਚਮਨੇ ਨਾਈ ਦੇ ਘਰ ਭਾਈ ਸਾਹਿਬ ਸਿੰਘ ਜੀ ਦਾ ਜਨਮ ਮਾਤਾ ਸੋਨਾ ਬਾਈ ਜੀ ਦੀ ਕੁੱਖੋਂ ਸੰਮਤ 1719 ਮੁਤਾਬਕ 1662 ਈਸਵੀ ਨੂੰ ਹੋਇਆ। ਖਾਲਸਾ ਸਾਜਨਾ ਦਿਵਸ ਦੀ ਵਿਸਾਖੀ ਵਾਲੇ ਦਿਨ ਆਪ ਨੇ ਦਸ਼ਮੇਸ਼ ਪਿਤਾ ਜੀ ਵੱਲੋਂ ਪੰਜਵੇਂ ਸੀਸ ਦੀ ਮੰਗ ਸਮੇਂ ਆਪਣਾ ਸੀਸ ਭੇਂਟ ਕੀਤਾ ਅਤੇ ਅੰਮ੍ਰਿਤ ਛਕ ਕੇ ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣੇ। ਆਪ ਜੀ ਸਾਰੀਆਂ ਜੰਗਾਂ ਵਿੱਚ ਸ਼ਾਮਲ ਹੋਏ। ਚਮਕੌਰ ਦੀ ਜੰਗ ਸਮੇਂ ਆਪ ਜੀ ਅਤੇ ਭਾਈ ਹਿੰਮਤ ਸਿੰਘ ਜੀ ਦੀ ਸੂਰਬੀਰਤਾ ਦਾ ਚਿਤਰਨ ਭਾਈ ਵੀਰ ਸਿੰਘ ਜੀ ਨੇ ਕਲਗੀਧਰ ਚਮਤਕਾਰ ਵਿੱਚ ਇਸ ਤਰ੍ਹਾਂ ਕੀਤਾ ਹੈ। ਭਾਈ ਸਾਹਿਬ ਲਿਖਦੇ ਨੇ ਕਿ ਇਧਰੋਂ ਦਰਵਾਜ਼ਾ ਫੇਰ ਖੁੱਲਾ ਤਾਂ ਭਾਈ ਸਾਹਿਬ ਜੀ ਅਤੇ ਭਾਈ ਸਾਹਿਬ ਸਿੰਘ ਜੀ ਅਤੇ ਭਾਈ ਹਿੰਮਤ ਸਿੰਘ ਬਾਜਾਂ ਵਾਂਗੂ ਝਪਟ ਕੇ ਪਏ ਅਤੇ ਵਧੇ ਦਸਤੇ ਵਿੱਚ ਧਸ ਗਏ। ਇਸ ਫੁਰਤੀ ਤੇ ਤੇਜ਼ੀ ਨਾਲ ਤਲਵਾਰ ਚਲਾਈ। ਦਸਤੇ ਦਾ ਦਸਤਾ ਹੀ ਕੋਈ ਜ਼ਖਮੀ ਤੇ ਕੋਈ ਮਾਰ ਕੇ ਪਛਾੜ ਦਿੱਤਾ, ਕੁਝ ਪਛਾਂ ਹਟ ਗਏ, ਕੋਈ ਭੱਜ ਗਏ। ਇੱਕ ਵਾਰ ਦਰਵਾਜ਼ੇ ਦੇ ਅੱਗੋਂ ਦਾ ਮੈਦਾਨ ਇਹਨਾਂ ਨੇ ਸਾਫ਼ ਕਰ ਦਿੱਤਾ। ਤੁਰਕ ਸੈਨਾ ਟਿੱਡੀ ਦਲ ਵਾਂਗੂ ਅਣਗਿਣਤ ਸੀ। ਹੋਰ ਹੱਲਾ ਆਇਆ। ਤੀਰ ਗੋਲੀ ਬੰਦੂਕ ਵਰਸਾਉਂਦਾ ਇਹ ਹੱਲਾ ਹੋਇਆ। ਸੂਰਮੇ ਦੋਵੇਂ ਜ਼ਖਮੀ ਹੋ ਗਏ, ਪਰ ਕਿਸੇ ਐਸੇ ਰੋਹ ਅਤੇ ਬਲ ਵਿੱਚ ਸਨ, ਡਰਦੇ ਹਟਦੇ ਮੁੜਦੇ ਹੀ ਨਹੀਂ, ਅਗਾਂਹ ਹੀ ਮਾਰਦੇ ਵੱਢਦੇ ਟੁੱਕਦੇ ਤੇ ਅਖੀਰ ਸ਼ਹੀਦ ਹੋ ਗਏ। ਅਟਾਰੀ ਵਿੱਚ ਬੈਠੇ ਵੇਖਦੇ ਆਪਣੇ ਮੁਕਤੀ ਦਾਤੇ ਤੋਂ ਅਸ਼ੀਰਵਾਦ ਤੇ ਧਨ ਦੀ ਅਸੀਸ ਲੈਂਦੇ ਹੋਏ ਪਰਲੋਕ ਸੁਧਾਰ ਗਏ।
ਇਸ ਤਰ੍ਹਾਂ ਆਪ ਸੰਮਤ 1761 ਮੁਤਾਬਕ 1704 ਈਸਵੀ ਨੂੰ ਚਮਕੌਰ ਸਾਹਿਬ ਦੇ ਯੁੱਧ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ। ਪੰਜਾਂ ਪਿਆਰਿਆਂ ਦੀ ਸਾਜਨਾ ਦਾ ਸੰਖੇਪ ਵਰਤਾਂਤ ਵੀ ਆਪਾਂ ਵਾਚ ਲਈਏ। ਗੁਰੂ ਤੇਗ ਬਹਾਦਰ ਜੀ ਨੇ ਦੁਸ਼ਟ ਰਾਜ ਦੇ ਸਿਰ ਸਰੀਰ ਰੂਪੀ ਠੀਕਰਾ ਫੋੜਿਆ ਅਤੇ ਲਾ ਮਿਸਾਲ ਸ਼ਹਾਦਤ ਦਿੱਤੀ ਅਤੇ ਸੰਸਾਰ ਵਿੱਚ ਇਹ ਕਾਇਮ ਕਰ ਦਿੱਤਾ ਕਿ ਭੈ ਕਾਹੂ ਕੋ ਦੇਤ ਨਹਿ ਪੈਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ, ਅਤੇ ਸੀਸ ਦੀਆ ਪਰ ਸਿਰ ਨਾ ਦੀਆ ਦਾ ਅਲੌਕਿਕ ਚਮਤਕਾਰ ਕਰ ਵਿਖਾਇਆ। ਭਾਰਤ ਵਰਸ਼ ਸਦੀਆਂ ਦੀ ਗੁਲਾਮੀ ਕਾਰਨ ਆਪਣੀ ਸੱਭਿਅਤਾ, ਅਣਖ, ਗੈਰਤ, ਸਾਹਸ, ਮਾਨ ਮਰਜ਼ਾਦਾ, ਰਹੁ ਰੀਤ ਗਵਾ ਚੁੱਕਾ ਸੀ। ਧੰਨ ਗੁਰੂ ਨਾਨਕ ਦੇਵ ਜੀ ਨੇ ਮੁਰਦਿਆਂ ਅੰਦਰ ਤਾਣ ਭਰਿਆ, 9 ਜਾਮੇ ਧਾਰ ਕੇ ਮੁਰਦਾ ਹੋ ਚੁੱਕੇ ਲਤਾੜੇ ਨਿਰਬਲ ਇਨਸਾਨਾਂ ਵਿੱਚ ਨਵੀਂ ਰੂਹ ਫੂਕੀ। ਅਵਿਦਿਆ, ਗੁਲਾਮੀ, ਖੁਦਗਰਜੀ ਦੇ ਅੰਧਕਾਰ ਵਿੱਚ ਇਸ ਗੁਰੂ ਜੋਤੀ ਨੇ ਚਾਨਣ ਕੀਤਾ। ਗੁਰਸਿੱਖਾਂ ਅੰਦਰ ਜੋਸ਼ ਭਰ ਗਿਆ। ਅਸੂਲ, ਧਰਮ, ਸੱਚ, ਆਨ, ਸ਼ਾਨ, ਬਾਨ ਤੋਂ ਆਪਾ ਨਿਸ਼ਾਵਰ ਕਰਨ ਦੀ ਜਾਚ ਪੰਚਮ ਪਾਤਸ਼ਾਹ ਜੀ ਪਿੱਛੋਂ 9ਵੇਂ ਪਾਤਸ਼ਾਹ ਅਤੇ ਉਹਨਾਂ ਵੱਲੋਂ ਵਰਸਾਏ ਗੁਰਸਿੱਖਾਂ ਨੇ ਸਿਖਾਈ। ਹੈਂਕੜਵਾਜ, ਜ਼ਾਲਮ, ਨਿਰਦਈ ਔਰੰਗਜ਼ੇਬ ਦੇ ਹੁੰਦਿਆਂ ਪ੍ਰੇਮੀ ਗੁਰਸਿੱਖਾਂ ਨੇ ਸਤਿਗੁਰੂ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਕਰ ਦੇਣਾ ਅਤੇ ਸੀਸ ਦਿੱਲੀਓਂ ਅਨੰਦਪੁਰ ਸਾਹਿਬ ਪਹੁੰਚਾ ਦੇਣਾ ਅਤੇ ਅਦਬ ਸਤਿਕਾਰ ਨਾਲ ਅਨੰਦਪੁਰ ਸਾਹਿਬ ਵਿਖੇ ਸੀਸਗੰਜ ਵਿਖੇ ਸੀਸ ਦਾ ਸੰਸਕਾਰ ਕੀਤੇ ਜਾਣਾ, ਇਹ ਦਲੇਰੀ ਜਾਨ ਉੱਪਰ ਖੇਡਣ ਦਾ ਮਾਦਾ ਸਤਿਗੁਰੂ ਜੀ ਨੇ ਭਰ ਦਿੱਤਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੇ ਦਸਤਾਰਬੰਦੀ ਕੀਤੀ ਗਈ। 9ਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਤੋਂ 3-4 ਮਹੀਨਿਆਂ ਪਿੱਛੋਂ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਰਾਮ ਕੋਇਰ, ਜਿਨ੍ਹਾਂ ਨੂੰ ਭਾਈ ਗੁਰਬਖਸ਼ ਸਿੰਘ ਕਰਕੇ ਵੀ ਯਾਦ ਕੀਤਾ ਜਾਂਦਾ ਹੈ, ਉਹਨਾਂ ਨੇ ਦਸ਼ਮੇਸ਼ ਪਿਤਾ ਨੂੰ ਗੁਰਤਾ ਗੱਦੀ ਦਾ ਤਿਲਕ ਲਾਇਆ। ਹਜ਼ਾਰਾਂ ਸੰਗਤਾਂ ਨਿਰਭੈ ਹੋ ਕੇ ਅਨੰਦਪੁਰ ਸਾਹਿਬ ਇਸ ਸਮੇਂ ਪੁੱਜੀਆਂ। ਕਿਸੇ ਨੇ ਵੀ ਔਰੰਗਜ਼ੇਬ ਦਾ ਭੈ ਨਾ ਖਾਧਾ। ਇਸੇ ਉਮਰ ਵਿੱਚ ਹੀ ਸਤਿਗੁਰੂ ਜੀ ਨੇ ਯੁੱਧ ਦੀ ਤਿਆਰੀ ਆਰੰਭ ਕਰ ਦਿੱਤੀ। ਹਰ ਪ੍ਰਕਾਰ ਦੀ ਜੰਗੀ ਸਿਖਲਾਈ ਵਿੱਚ ਆਪ ਛੇਤੀ ਹੀ ਨਿਪੁੰਨ ਹੋ ਗਏ। ਗੁਰੂ ਨਾਨਕ ਜੀ ਦੀ ਗੁਰੂ ਜੋਤੀ ਹੁਣ 10ਵੇਂ ਜਾਮੇ ਵਿੱਚ ਅੱਪੜ ਕੇ ਗੁਰਤਾ ਗੱਦੀ ਤੇ ਬਿਰਾਜ ਕੇ ਨਾਮਦਾਨ ਦੀ ਦਾਤ ਵੀ ਸੰਗਤਾਂ ਵਿੱਚ ਵੰਡਦੀ ਅਤੇ ਵੀਰ ਰਸੀ ਢੰਗਾਂ ਨਾਲ ਯੋਧਿਆਂ ਦੀ ਤਿਆਰੀ ਵੀ ਕਰਵਾਉਂਦੇ। ਅਨੇਕਾਂ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਨਾਲ ਨਦਰੀ ਨਦਰ ਨਿਹਾਲ ਹੁੰਦੀਆਂ। ਰਾਜਾ ਰਤਨ ਰਾਏ, ਜਿਹੜਾ ਰਾਜਾ ਰਾਮ ਰਾਏ ਦਾ ਪੁੱਤਰ ਸੀ, ਆਪਣੀ ਮਾਤਾ ਨੂੰ ਨਾਲ ਲੈ ਕੇ ਅਨੇਕਾਂ ਗਹਿਣੇ, ਵਸਤਰ, ਸ਼ਸਤਰ, ਕਟੋਰਾ, ਚੰਦਨ ਦੀ ਚੌਂਕੀ, ਪੰਚਕਲਾ ਸ਼ਾਸਤਰ, ਪ੍ਰਸਾਦੀ ਹਾਥੀ, ਅਨੇਕ ਸੁਗਾਤਾਂ ਭੇਟਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਕਮਲਾਂ ਵਿੱਚ ਪੁੱਜਾ ਅਤੇ ਸਤਿਗੁਰੂ ਜੀ ਦੀ ਕਿਰਪਾ ਦ੍ਰਿਸ਼ਟੀ ਦਾ ਪਾਤਰ ਬਣਿਆ। ਅਨੇਕਾਂ ਕੌਤਕ ਵਰਤੇ। ਫੇਰ ਨਾਹਣ ਦੇ ਰਾਜੇ ਦੇ ਸੱਦੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਪੌਂਟਾ ਸਾਹਿਬ ਵਾਲੇ ਅਸਥਾਨ ਤੇ ਡੇਰਾ ਲਾਇਆ ਅਤੇ ਪੌਂਟਾ ਵਸਾਇਆ। 52 ਕਵੀਆਂ ਅਤੇ ਹੋਰ ਵਿਦਵਾਨਾਂ ਦਾ ਦਰਬਾਰ ਸਜਣ ਲੱਗਾ। ਸ਼ੇਰ ਦਾ ਸ਼ਿਕਾਰ ਕੀਤਾ, ਭੰਗਾਣੀ ਦਾ ਯੁੱਧ ਜਿੱਤਿਆ, ਜਿਸ ਵਿੱਚ ਅਨੇਕਾਂ ਸਿੱਖ ਸ਼ਹੀਦ ਹੋਏ ਅਤੇ ਪੀਰ ਬੁੱਧੂ ਸ਼ਾਹ ਦੇ 4 ਪੁੱਤਰ ਅਤੇ ਅਨੇਕਾਂ ਮੁਰੀਦ ਸ਼ਹੀਦ ਹੋਏ। ਸਤਿਗੁਰੂ ਜੀ ਮੁੜ ਅਨੰਦਪੁਰ ਸਾਹਿਬ ਆ ਪੁੱਜੇ। ਭੰਗਾਣੀ ਦੇ ਯੁੱਧ ਵਿੱਚ ਰਾਜਾ ਹਰੀ ਚੰਦ ਮਾਰਿਆ ਗਿਆ ਸੀ। ਸਤਿਗੁਰੂ ਜੀ ਦੇ ਅਨੰਦਪੁਰ ਸਾਹਿਬ ਪੁੱਜਣ ਤੇ ਸਾਹਿਬਾਂ ਨੇ ਆਨੰਦਗੜ੍ਹ, ਲੋਹਗੜ੍ਹ, ਕੇਸਗੜ੍ਹ, ਫਤਿਹਗੜ੍ਹ 4 ਕਿਲੇ ਵੀ ਕਾਇਮ ਕਰ ਲਏ। 6ਵੇਂ ਪਾਤਸ਼ਾਹ ਵਾਂਗੂ ਢਾਡੀਆਂ ਦੀਆਂ ਵਾਰਾਂ ਵੀ ਗਾਈਆਂ ਜਾਣ ਲੱਗੀਆਂ। ਨੰਦੌਣ ਦਾ ਯੁੱਧ ਲੜਿਆ ਤੇ ਜਿੱਤ ਪ੍ਰਾਪਤ ਕੀਤੀ। ਅਲਫ ਖਾਂ ਮੈਦਾਨ ਛੱਡ ਕੇ ਭੱਜ ਗਿਆ। ਗੁਰੂ ਸਾਹਿਬ ਵਾਪਸ ਅਨੰਦਪੁਰ ਸਾਹਿਬ ਆਏ। ਹੁਸੈਨੀ ਦਾ ਯੁੱਧ ਲੜਿਆ। ਹੁਸੈਨ ਖਾਂ ਵੀ ਹਾਰ ਕੇ ਵਾਪਸ ਲਾਹੌਰ ਪਰਤ ਗਿਆ। ਇਸ ਪਿੱਛੋਂ ਸ਼ਹਿਜ਼ਾਦਾ ਮੁਅੱਜ਼ਮ ਨਾਲ ਭਾਈ ਨੰਦ ਲਾਲ ਜੀ ਦੀ ਮੁਲਾਕਾਤ ਹੋਈ। ਉਸ ਨੇ ਗੁਰੂ ਸਾਹਿਬ ਜੀ ਦੀ ਰੱਬੀਅਤ ਦਾ ਹਾਲ ਭਾਈ ਸਾਹਿਬ ਤੋਂ ਸੁਣਿਆ ਅਤੇ ਭਾਈ ਨੰਦ ਲਾਲ ਜੀ ਪਾਸੋਂ ਗੁਰੂ ਸਾਹਿਬ ਜੀ ਦੀ ਰੂਹਾਨੀਅਤ ਦਾ ਹਾਲ ਸੁਣ ਕੇ ਉਹ ਪ੍ਰਭਾਵਿਤ ਹੋਇਆ ਅਤੇ ਇਸ ਤਰ੍ਹਾਂ ਕੁਝ ਸਮਾਂ ਅਮਨ ਅਮਾਨ ਨਾਲ ਲੰਘ ਗਿਆ। ਅਨੇਕਾਂ ਸੰਗਤਾਂ ਮੁੜ ਜੁੜਨ ਲੱਗੀਆਂ। ਅੰਤ ਗੁਰੂ ਗੋਬਿੰਦ ਸਿੰਘ ਜੀ ਡੂੰਘੀ ਸੋਚ ਵਿੱਚ ਮਗਨ ਰਹਿਣ ਲੱਗੇ। ਮਜ਼ਲੂਮਾਂ ਨੂੰ ਜ਼ੋਰ, ਜ਼ੁਲਮ, ਕੈਦ, ਬੰਦਸ਼ ਹੇਠੋਂ ਕੱਢਣ ਹਿੱਤ ਆਪ 11 ਮਹੀਨੇ 11 ਦਿਨ ਗੰਭੀਰਤਾ ਵਿੱਚ ਇੱਕ ਪਹਾੜ ਦੀ ਕੁੰਦਰਾ ਵਿੱਚ ਬੈਠੇ ਅਤੇ ਅਕਾਲ ਪੁਰਖ ਜੀ ਨਾਲ ਇੱਕਮਿਕ ਹੋ ਕੇ ਖਾਲਸਾ ਸਾਜਣ ਬਾਬਤ ਖਾਲਸੇ ਦੀ ਪ੍ਰਤੱਖ ਨੁਹਾਰ ਬਣਾਉਣ ਅਤੇ ਉਸ ਦੀ ਸਾਜਨਾ ਦਾ ਪੂਰਾ ਨਕਸ਼ਾ ਉਲੀਕਣ ਵਿੱਚ ਮਸਰੂਫ ਰਹੇ। ਇਸ ਵਾਸਤੇ ਆਪ ਨੇ ਪਰਤਾਵਾ ਲੈਣਾ ਜ਼ਰੂਰੀ ਸਮਝਿਆ। ਵੈਸ਼ਨਵ ਬ੍ਰਾਹਮਣਾਂ, ਸ਼ਕਤੀ ਦੇ ਉਪਾਸਕਾਂ, ਜੋਗੀਆਂ, ਸੰਨਿਆਸੀਆਂ, ਰਾਜਿਆਂ ਅਤੇ ਆਪਣੇ ਧਰਮ ਦੇ ਆਗੂਆਂ, ਗੁਰੂ ਘਰ ਦੇ ਮਸੰਦਾਂ ਦਾ ਪਰਤਾਵਾ ਵੀ ਲਿਆ। ਇਹਨਾਂ ਪਰਤਾਵਿਆਂ ਤੇ ਕਾਫੀ ਸਮਾਂ ਲੱਗਾ, ਪਰ ਕਿਸੇ ਦੇ ਅੰਦਰ ਸਤਿਗੁਰੂ ਜੀ ਨੇ ਸੰਸਾ ਨਾ ਰਹਿਣ ਦਿੱਤਾ ਕਿ ਖਾਲਸਾ ਸਾਜਣ ਪਿੱਛੋਂ ਇਹ ਪਹਿਲੀਆਂ ਸੰਪਰਦਾਵਾਂ ਹਿਰਖ ਨਾ ਕਰਨ
ਕਿ ਖਾਲਸਾ ਪੰਥ ਦੀ ਕੀ ਲੋੜ ਸੀ। ਅੰਤ 1699 ਈਸਵੀ ਮੁਤਾਬਕ 1756 ਬਿਕਰਮੀ ਦੀ ਵਿਸਾਖੀ ਆਉਣ ਤੋਂ ਪਹਿਲੇ ਆਪ ਨੇ ਸਭ ਨੂੰ ਪਰਖ ਲਿਆ। ਹਰ ਪਾਸੇ ਤੋਂ ਨਿਰਾਸ਼ਤਾ ਮਿਲੀ। ਸਤਿਗੁਰੂ ਜੀ ਪੂਰੀ ਤਰ੍ਹਾਂ ਸਮਝਦੇ ਸਨ ਕਿ ਨੌਵਾਂ ਪਾਤਸ਼ਾਹੀਆਂ ਦੀ ਘਾਲਣਾ ਨਾਲ ਸਿੱਖਾਂ ਵਿੱਚ ਨਾਮ, ਬਾਣੀ, ਸਿਦਕ, ਭਰੋਸਾ, ਸੱਚ, ਪਰਮੇਸ਼ਰ ਦਾ ਪਿਆਰ, ਕੁਰਬਾਨੀ ਦਾ ਮਾਦਾ ਭਰਿਆ ਜਾ ਚੁੱਕਾ ਹੈ। ਪਰ ਹੁਣ ਖਾਲਸਾ ਸਾਜ ਕੇ ਸਭਨਾਂ ਦੇ ਅੰਦਰ ਸੰਤ ਖਾਲਸੇ ਵਾਲੇ ਸੰਪੂਰਨ ਗੁਣ ਭਰ ਦਿੱਤੇ ਜਾਣ। ਇਸ ਵਾਸਤੇ ਸਤਿਗੁਰੂ ਜੀ ਨੇ ਵਿਸਾਖੀ ਤੋਂ ਪਹਿਲਾਂ ਸਭ ਸੰਗਤਾਂ ਨੂੰ ਪੱਤਰ ਲਿਖੇ ਕਿ ਇਸ ਦਿਨ ਸਾਰਿਆਂ ਨੇ ਜ਼ਰੂਰ ਪੁੱਜਣਾ ਹੈ। ਸੰਗਤਾਂ 1699 ਦੀ ਵਿਸਾਖੀ ਵਾਲੇ ਦਿਨ ਤੋਂ ਪਹਿਲਾਂ ਹੀ ਅਨੰਦਪੁਰ ਸਾਹਿਬ ਪੁੱਜ ਗਈਆਂ। ਲਾ ਮਿਸਾਲ ਇਕੱਠ ਹੋਇਆ। ਵਿਸਾਖੀ ਵਾਲੇ ਦਿਨ ਦੀਵਾਨ ਸਜ ਗਿਆ। ਇੱਕ ਛੋਟਾ ਤੰਬੂ ਜੋ ਹੁਣ ਵਾਲੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਦੀ ਥਾਂ ਤੇ ਸੀ, ਲਾਇਆ ਗਿਆ। ਸਤਿਗੁਰੂ ਜੀ ਨੇ ਸਜੇ ਦੀਵਾਨ ਵਿੱਚ ਖੜੋ ਕੇ ਤਲਵਾਰ ਧੂ ਕੇ ਪੁਕਾਰਿਆ ਕਿ ਸਾਧ ਸੰਗਤ, ਅੱਜ ਮੈਨੂੰ ਸਿੱਖ ਦੇ ਸਿਰ ਦੀ ਲੋੜ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਤੋਂ ਇਸ ਵਿਸਾਖੀ ਦੇ ਸਮਾਗਮ ਤੋਂ ਪਹਿਲਾਂ ਤੱਕ ਅਜਿਹੀ ਮੰਗ ਗੁਰੂ ਸਾਹਿਬਾਂ ਨੇ ਕਦੇ ਵੀ ਨਹੀਂ ਸੀ ਕੀਤੀ। ਸੰਗਤਾਂ ਅਜਿਹੀਆਂ ਵਿਚਾਰਾਂ ਕਰਨ ਲੱਗੀਆਂ। ਸੰਗਤਾਂ ਵਿੱਚ ਖਲਬਲੀ ਵੀ ਮਚੀ। ਮਸੰਦਾਂ ਅਤੇ ਗੁਰੂ ਘਰ ਦੇ ਵਿਰੋਧੀਆਂ ਵੱਲੋਂ ਅਫਵਾਹਾਂ ਫੈਲਾਈਆਂ ਗਈਆਂ। ਕੋਈ ਆਖੇ ਦੇਵੀ ਪੁੱਠੀ ਪੈ ਗਈ, ਕੋਈ ਆਖੇ ਇਹ ਗੱਲ ਗੁਰਸਿੱਖ ਦੀ ਰਹੁ ਰੀਤ ਦੇ ਉਲਟ ਹੈ। ਦੀਵਾਨ ਵਿੱਚ ਸਨਾਟਾ ਛਾ ਗਿਆ। ਦੁਬਿਧਾ ਨਾਲ ਸੰਗਤ ਸਤੰਭ ਵਾਂਗੂ ਅਡੋਲ ਬੈਠੀ ਸੀ। ਭਾਈ ਦਇਆ ਰਾਮ ਖੱਤਰੀ ਲਾਹੌਰ ਨਿਵਾਸੀ ਸੰਗਤ ਵਿੱਚੋਂ ਉੱਠਿਆ। ਸਤਿਗੁਰੂ ਜੀ ਦੇ ਸਨਮੁਖ ਪੁੱਜ ਕੇ ਆਖਣ ਲੱਗਾ, ਦਾਤਾਰ, ਦਾਸ ਦਾ ਨਿਮਾਣਾ ਸਰੀਰ ਆਪ ਦਾ ਹੈ, ਜਿਵੇਂ ਆਪ ਨੂੰ ਭਾਉਂਦਾ ਹੈ ਕਬੂਲ ਕਰ ਲਓ। ਸਤਿਗੁਰੂ ਜੀ ਨੇ ਦਇਆ ਰਾਮ ਨੂੰ ਬਾਹੋਂ ਫੜਿਆ, ਤੰਬੂ ਵਿੱਚ ਲੈ ਗਏ। ਤੰਬੂ ਅੰਦਰ ਪੁੱਜਦਿਆਂ ਤਲਵਾਰ ਚੱਲੀ ਅਤੇ ਲਹੂ ਨਹਾਤੀ ਤਲਵਾਰ ਲੈ ਕੇ ਗੁਰਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਮੁੜ ਦੀਵਾਨ ਵਿੱਚ ਹਾਜ਼ਰ ਹੋਏ ਅਤੇ ਪਹਿਲਾਂ ਨਾਲੋਂ ਵੀ ਤੇਜਸਵੀ ਜੋਸ਼ ਵਿੱਚ ਇੱਕ ਸਿੱਖ ਹੋਰ ਦੇ ਸਿਰ ਦੀ ਮੰਗ ਦੁਹਰਾਈ। ਲਹੂ ਭਿੱਜੀ ਤਲਵਾਰ ਵੇਖ ਸੰਸੇ ਰੂਪੀ ਬੱਦਲਾਂ ਦੀਆਂ ਘਟਾਵਾਂ ਸਭ ਸੰਗਤ ਦੇ ਮਨਾਂ ਤੇ ਛਾ ਗਈਆਂ। ਜਦ 3 ਵੇਰ ਸਤਿਗੁਰੂ ਨੇ ਮੰਗ ਦੁਹਰਾਈ, ਤਦ ਭਾਈ ਧਰਮਦਾਸ ਦਿੱਲੀ ਨਿਵਾਸੀ ਸੰਗਤਾਂ ਨੇ ਸਤਿਗੁਰੂ ਜੀ ਵੱਲ ਤੁਰੇ ਜਾਂਦੇ ਤੱਕਿਆ। ਇਸ ਨੂੰ ਵੀ ਸਤਿਗੁਰੂ ਜੀ ਬਾਹੋਂ ਫੜ ਕੇ ਤੰਬੂ ਅੰਦਰ ਲੈ ਗਏ ਅਤੇ ਫਿਰ ਦੁਬਾਰਾ ਤਲਵਾਰ ਦੇ ਚੱਲਣ ਦੀ ਆਵਾਜ਼ ਆਈ। ਲਹੂ ਨਾਲ ਲੱਥਪੱਥ ਹੋਈ ਭਗੌਤੀ ਲੈ ਕੇ ਬਾਹਰ ਆ ਖੜੇ ਹੋਏ ਗੁਰਦੇਵ ਅਤੇ ਤੀਸਰੇ ਸਿਰ ਦੀ ਮੰਗ ਕੀਤੀ। ਮਸੰਦ ਦੀਵਾਨ ਵਿੱਚੋਂ ਖਿਸਕਦੇ ਮਤਾ ਪਕਾ ਕੇ ਮਾਤਾ ਜੀ ਪਾਸ ਪੁੱਜੇ ਤੇ ਆਖਿਆ ਕਿ ਮਾਤਾ ਜੀ, ਦੇਵੀ ਪੁੱਠੀ ਪੈ ਗਈ। ਗੁਰੂ ਜੀ ਤਾਂ ਸਿੱਖਾਂ ਨੂੰ ਤੰਬੂ ਵਿੱਚ ਲਿਜਾ ਕੇ ਝਟਕਾਈ ਜਾ ਰਹੇ ਆ। ਸ਼ਹਿਰ ਵਿੱਚ ਰੌਲਾ ਪੈ ਗਿਆ ਕਿ ਗੁਰੂ ਕਿਆਂ ਨੂੰ ਕੁਝ ਹੋ ਗਿਆ। ਪਰ ਸਤਿਗੁਰੂ ਨੇ ਜਦ ਫਿਰ 3 ਵੇਰਾਂ ਪੁਕਾਰਿਆ, ਕੁਝ ਛਣਾ ਪਿੱਛੋਂ ਜਗਨਨਾਥ ਦਾ ਨਿਵਾਸੀ ਝੂਰ ਜਾਤ ਦਾ ਹਿੰਮਤ ਰਾਏ ਉੱਠਿਆ। ਉਸ ਨੂੰ ਵੀ ਸਤਿਗੁਰੂ ਜੀ ਤੰਬੂ ਅੰਦਰ ਲੈ ਗਏ। ਇਸ ਤਰ੍ਹਾਂ ਚੌਥੀ ਵਾਰ ਭਾਈ ਮੋਹਕਮ ਚੰਦ ਜੀ ਦਵਾਰਕਾ ਵਾਸੀ ਸ਼ੀਂਬਾ ਤੇ 5ਵੀਂ ਵਾਰ ਭਾਈ ਸਾਹਿਬ ਚੰਦ ਬਿਦਰ ਨਿਵਾਸੀ ਨਾਈ ਪੇਸ਼ ਹੋਏ। ਸਤਿਗੁਰੂ ਜੀ ਉਹਨਾਂ ਨੂੰ ਵੀ ਪਹਿਲਾਂ ਦੀ ਤਰ੍ਹਾਂ ਤੰਬੂ ਵਿੱਚ ਲੈ ਗਏ ਤੇ ਬਾਹਰ ਸੰਗਤ ਨੇ ਤਲਵਾਰ ਦੇ ਚੱਲਣ ਦੀ ਆਵਾਜ਼ ਸੁਣੀ। ਇਸ ਅਲੌਕਿਕ ਖੇਡ ਨੂੰ ਜੋ ਤੰਬੂ ਅੰਦਰ ਵਰਤੀ, ਸਤਿਗੁਰ ਮੇਰਾ ਸਰਬ ਪ੍ਰਤਪਾਲੈ, ਸਤਿਗੁਰ ਮੇਰਾ ਮਾਰ ਜੀਵਾਲੈ ਦੇ ਮਹਾਵਾਕ ਅਨੁਸਾਰ 5 ਸਿੱਖ ਗੁਰਦੇਵ ਜੀ ਨੇ ਸੁਰਜੀਤ ਕੀਤੇ। ਸਤਿਗੁਰੂ ਜੀ ਨੇ ਉਹਨਾਂ ਨੂੰ ਗਲਵੱਕੜੀ ਵਿੱਚ ਲਿਆ। ਅਨੇਕਾਂ ਵਰ ਬਖਸ਼ਦੇ ਹੋਏ ਉਹਨਾਂ 5 ਨੂੰ ਨਾਲ ਲੈ ਕੇ ਸਵੱਛ ਵਸਤਰ ਪਵਾ ਕੇ ਸਾਧ ਸੰਗਤ ਦੇ ਸਨਮੁਖ ਆ ਹਾਜ਼ਰ ਹੋਏ। ਜਦੋਂ ਸੰਗਤ ਨੇ ਉਹਨਾਂ ਨੂੰ ਤੱਕਿਆ ਤਦ ਸੱਚ ਪ੍ਰਤੀਤ ਕੀਤਾ ਕਿ ਸਤਿਗੁਰੂ ਜੀ ਨੇ ਦੈਵੀ ਸ਼ਕਤੀ ਨਾਲ ਇਹਨਾਂ ਨੂੰ ਮੁੜ ਜਿਉਂਦੇ ਕਰ ਵਿਖਾਇਆ ਹੈ। ਸਤਿਗੁਰੂ ਜੀ ਦੀ ਮਹਿਮਾ ਸਤਿਗੁਰੂ ਜੀ ਹੀ ਜਾਣਦੇ ਹਨ। ਸਾਧ ਸੰਗਤ ਨੂੰ ਸੰਪੂਰਨ ਭਰੋਸਾ ਹੋ ਗਿਆ ਕਿ ਗੁਰੂ ਨਾਨਕ ਦੇਵ ਜੀ ਵਾਂਗੂ ਸਤਿਗੁਰੂ ਜੀ ਨੇ ਸਿੱਖੀ ਦੀ ਪਰਖ ਕੀਤੀ ਹੈ। ਸ਼ੁਕਰ ਹੈ ਇਹ 5 ਸਿੱਖ ਇਸ ਪਰਖ ਵਿੱਚ ਪੂਰੇ ਉਤਰੇ। ਸਤਿਗੁਰੂ ਜੀ ਨੇ ਸੰਗਤ ਨੂੰ ਬਚਨ ਕੀਤਾ ਕਿ ਇਹਨਾਂ 5 ਦੇ ਇਕੱਠ ਨੂੰ ਮੇਰੇ ਤੁੱਲ ਸਮਝੋ। ਇਹਨਾਂ ਵਿੱਚ ਅਤੇ ਮੇਰੇ ਵਿੱਚ ਕੋਈ ਭੇਦ ਨਹੀਂ। ਸਭਨਾਂ ਅੰਦਰ ਇਸ ਗੱਲ ਦਾ ਪਛਤਾਵਾ ਰਹਿ ਗਿਆ ਕਿ ਅਸੀਂ ਕਿਉਂ ਨਾ ਉੱਠੇ। ਪਰ ਸਤਿਗੁਰੂ ਜੀ ਨੇ ਸੰਗਤ ਵਿੱਚ ਬੈਠੇ ਗੁਰਸਿੱਖਾਂ ਨੂੰ ਵੀ ਦਿਲਾਸਾ ਦਿੱਤਾ ਤੇ ਆਖਿਆ ਕਿ ਤੁਸੀਂ ਵੀ ਸਨਮੁਖ ਰਹੇ ਹੋ, ਦੌੜੇ ਨਹੀਂ। ਗੁਰੂ ਘਰ ਦੇ ਕੌਤਕ ਨੂੰ ਵੇਖ ਕੇ ਭੈਭੀਤ ਹੋ ਕੇ ਮਨਮੁਖਾਂ ਵਾਂਗੂ ਤਿਆਗ ਨਹੀਂ ਗਏ। ਆਪ ਤੇ ਵੀ ਗੁਰੂ ਨਾਨਕ ਮਿਹਰ ਕਰਨਗੇ। ਸਿੱਖੀ ਧਨ ਹੈ ਜਿਸ ਵਿੱਚੋਂ 5 ਨਿਤਰੇ ਇਹ ਪੰਥ ਜਿਉਂਦਾ ਹੈ, ਜਿਸ ਦੀ ਜਾਨ ਇਹ 5 ਪਿਆਰੇ ਹਨ। ਸਤਿਗੁਰੂ ਜੀ ਨੇ ਇੱਕ ਸੁੰਦਰ ਸਿੰਘਾਸਣ ਲਵਾਇਆ। 4 ਚੁਫੇਰੇ ਸੰਗਤ ਜੁੜ ਬੈਠੀ। 5 ਨੂੰ ਇੱਕੋ ਜਿਹੇ ਵਸਤਰ ਪਹਿਨਾਏ। ਕੇਸਾਂ ਵਿੱਚ ਕੰਘਾ ਸਜਾਇਆ। ਦੂਰੇ ਦਸਤਾਰੇ ਸਜਾਏ। ਤੇੜ ਕਸ਼ਹਿਰਾ, ਗਲ ਗਾਤਰੇ, ਕਿਰਪਾਨ ਧਰਵਾਈ। ਸੱਜੇ ਹੱਥ ਲੋਹੇ ਦਾ ਕੜਾ ਪਹਿਨਾਇਆ। 5 ਬਾਹਰਲੇ ਚਿੰਨ੍ਹ ਅਕਾਲ ਪੁਰਖ ਜੀ ਦੇ ਹੁਕਮ ਅਨੁਸਾਰ 5 ਨੂੰ ਧਾਰਨ ਕਰਵਾਏ।
ਇਹ ਜੀਵਨ ਮੁਕਤ ਪਿਆਰਿਆਂ ਨੂੰ ਆਪਣੇ ਸਾਹਮਣੇ ਖੜੇ ਕਰ ਲਿਆ। ਆਪ ਇੱਕ ਲੋਹੇ ਦਾ ਬਾਟਾ ਮੰਗਵਾ ਕੇ ਵਿੱਚ ਸਵੱਛ ਜਲ ਪਾਇਆ ਅਤੇ ਦੁਧਾਰਾ ਖੰਡਾ ਹੱਥ ਫੜ ਕੇ ਬਾਟੇ ਵਿੱਚ ਫੇਰਨਾ ਆਰੰਭ ਕੀਤਾ। ਮੁੱਖੋਂ ਜਪਜੀ, ਜਾਪ, ਸਵਈਏ, ਬੇਨਤੀ ਚੌਪਈ, ਆਨੰਦ ਸਾਹਿਬ, ਪੰਜਾਂ ਬਾਣੀਆਂ ਦਾ ਪਾਠ ਅਤੀ ਮਧੁਰ ਧੁਨੀ ਵਿੱਚ ਕੀਤਾ। ਅਜੇ ਪਾਠ ਹੋ ਹੀ ਰਿਹਾ ਸੀ ਕਿ ਮਾਤਾ ਜੀਤੋ ਜੀ ਆਪਣੀ ਝੋਲੀ ਵਿੱਚ ਦੁੱਧ ਵਰਗੇ ਚਿੱਟੇ ਪਤਾਸੇ ਲੈ ਕੇ ਹਾਜ਼ਰ ਹੋਏ। ਸਤਿਗੁਰੂ ਜੀ ਦੀ ਆਗਿਆ ਨਾਲ ਮਾਤਾ ਜੀਤੋ ਜੀ ਨੇ ਪਤਾਸੇ ਬਾਟੇ ਵਿੱਚ ਪਾ ਦਿੱਤੇ। ਪਾਠ ਸੰਪੂਰਨ ਹੋਣ ਉਪਰੰਤ ਅਰਦਾਸਾ ਸੋਧਿਆ ਅਤੇ ਪੰਜਾਂ ਨੂੰ ਅੰਮ੍ਰਿਤ ਛਕਾਇਆ। ਜਿਨ੍ਹਾਂ ਨੇ ਸੀਸ ਭੇਟ ਕੀਤੇ ਸਨ ਉਹਨਾਂ ਦਾ ਨਾਮ ਰੱਖਿਆ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ। ਮੂਲ ਮੰਤਰ ਅਤੇ ਵਾਹਿਗੁਰੂ ਮੰਤਰ ਨਾਮ ਦੀ ਦਾਤ ਇਹਨਾਂ ਪੰਜਾਂ ਨੂੰ ਬਖਸ਼ੀ ਤੇ ਦ੍ਰਿੜ ਕਰਵਾਈ। ਬਾਕੀ 5 ਰਹਿਤਾਂ, 4 ਬਜਰਕ ਰਹਿਤਾਂ ਅਤੇ ਹੋਰ ਦੀਖਿਆ ਦੀ ਦਾਤ ਸਤਿਗੁਰੂ ਜੀ ਨੇ ਬਖਸ਼ੀ। ਇਵੇਂ ਅਕਾਲ ਪੁਰਖ ਜੀ ਦੇ ਭਾਣੇ ਅੰਦਰ ਪੰਥ ਖਾਲਸਾ ਦੀ ਸਾਜਨਾ ਹੋਈ ਅਤੇ ਵੀਰ ਰਸ ਅਤੇ ਸ਼ਾਂਤ ਰਸ ਇਕੱਠੇ ਕਰਕੇ ਸੰਤ ਖਾਲਸੇ ਦੀ ਸਿਰਜਣਾ ਕੀਤੀ। ਅੰਮ੍ਰਿਤ ਛਕਾਉਂਦਿਆਂ ਪਹਿਲੀ ਵਾਰ ਹੀ ਇਹ ਨਵਾਂ ਬੋਲਾ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਉਂ ਅਕਾਲ ਪੁਰਖ ਜੀ ਦੀ ਖਾਲਸਾ ਫੌਜ ਦੀ ਦਸ਼ਮੇਸ਼ ਪਿਤਾ ਜੀ ਨੇ ਸਿਰਜਣਾ ਕੀਤੀ। ਪੰਜਾਂ ਨੂੰ ਅੰਮ੍ਰਿਤ ਛਕਾਉਣ ਤੋਂ ਬਾਅਦ ਸਤਿਗੁਰੂ ਜੀ ਨੇ ਆਪ ਪੰਜਾਂ ਅੱਗੇ ਅੰਮ੍ਰਿਤ ਦੀ ਦਾਤ ਪ੍ਰਾਪਤੀ ਲਈ ਬੇਨਤੀ ਕੀਤੀ ਅਤੇ ਅੰਮ੍ਰਿਤ ਛਕ ਕੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਜੀ ਅਖਵਾਏ। ਅੰਮ੍ਰਿਤ ਸੰਚਾਰ ਦੀ ਰਹਿਤ ਮਰਜ਼ਾਦਾ। 5 ਰਹਿਤਵਾਨ ਸਿੰਘ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਕਵਿਓਵਾਚ, ਬੇਨਤੀ ਚੌਪਈ ਅਤੇ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨ ਉਪਰੰਤ ਅਰਦਾਸ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕਰਦੇ ਹਨ। ਫਿਰ ਹਰ ਇੱਕ ਅੰਮ੍ਰਿਤਧਾਰੀ ਅਭਲਾਖੀ ਸਿੰਘ ਬੀਬੀ ਨੂੰ ਪਹਿਲਾਂ 5 ਚੂਲੇ ਛਕਾਏ ਜਾਂਦੇ ਨੇ, 5 ਵਾਰ ਫਤਿਹ ਬੁਲਾਈ ਜਾਂਦੀ ਹੈ। ਫਿਰ 5 ਵਾਰੀ ਨੇਤਰਾਂ ਵਿੱਚ ਅੰਮ੍ਰਿਤ ਦੇ ਛੱਟੇ ਮਾਰ ਕੇ 5 ਵਾਰ ਫਤਿਹ ਬੁਲਾਈ ਜਾਂਦੀ ਹੈ। ਫਿਰ 5 ਚੂਲੇ ਕੇਸਾਂ ਵਿੱਚ ਪਾ ਕੇ 5 ਵੇਰਾਂ ਫਤਿਹ ਬੁਲਾਈ ਜਾਂਦੀ ਹੈ। ਉਸ ਤੋਂ ਉਪਰੰਤ ਮੂਲ ਮੰਤਰ ਅਤੇ ਗੁਰਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ। ਸਵੇਰ ਦਾ ਨਿਤਨੇਮ 5 ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸੁਦਾ ਸਵਈਏ, ਬੇਨਤੀ ਚੌਪਈ, ਆਨੰਦ ਸਾਹਿਬ। ਸ਼ਾਮ ਨੂੰ ਰਹਿਰਾਸ ਸਾਹਿਬ, ਰਾਤ ਨੂੰ ਸੌਣ ਲੱਗਿਆਂ ਕੀਰਤਨ ਸੋਹਲੇ ਜੀ ਦਾ ਪਾਠ ਨਿਤਨੇਮ ਦੇ ਨਾਲ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ। ਜਿਨ੍ਹਾਂ 4 ਬਜਰਕ ਰਹਿਤਾਂ ਤੋਂ ਬਚਣ ਲਈ ਤਾਕੀਦ ਕੀਤੀ ਜਾਂਦੀ ਹੈ ਉਹ ਹਨ ਰੋਮਾਂ ਦੀ ਬੇਅਦਬੀ, ਸਿਰ ਦੀ ਚੋਟੀ ਤੋਂ ਲੈ ਕੇ ਪੈਰ ਦੇ ਅੰਗੂਠੇ ਤੱਕ ਸਰੀਰ ਦੇ ਕਿਸੇ ਵੀ ਰੋਮ ਨੂੰ ਕੱਟਣਾ ਗੁਰਸਿੱਖੀ ਵਿੱਚ ਵਿਵਰਜਿਤ ਹੈ। ਪੁਰਸ਼ ਲਈ ਪਰਾਈ ਇਸਤਰੀ ਅਤੇ ਇਸਤਰੀ ਲਈ ਪਰਾਏ ਪੁਰਸ਼ ਦਾ ਸੰਗ ਕਰਨਾ ਮਨ੍ਹਾ ਹੈ। ਕੁੱਠਾ ਨਹੀਂ ਖਾਣਾ। ਜਿਸ ਮਾਸ ਉੱਪਰ ਕਲਮਾ ਪੜਿਆ ਹੋਵੇ ਉਸ ਨੂੰ ਜੰਗ ਯੁੱਧ ਵੇਲੇ ਜਾਂ ਅਮਨ ਵੇਲੇ ਨਹੀਂ ਵਰਤਣਾ। ਇਸ ਤੋਂ ਇਲਾਵਾ ਮਾਸ ਦੀ ਵਰਤੋਂ ਹਰਗਿਜ਼ ਨਹੀਂ ਕਰਨੀ, ਕਿਉਂਕਿ ਸਵਾਦ ਦੀ ਖਾਤਰ ਮਾਸ ਖਾਣਾ ਗੁਰੂ ਘਰ ਵਿੱਚ ਬਿਲਕੁਲ ਮਨ੍ਹਾ ਹੈ। ਕੇਵਲ ਜੰਗ ਯੁੱਧ ਸਮੇਂ ਜਦੋਂ ਲੰਗਰ ਪਾਣੀ ਛਕਣ ਨੂੰ ਨਾ ਮਿਲੇ, ਸਾਰੇ ਹੀਲੇ ਵਸੀਲੇ ਮੁੱਕ ਜਾਣ, ਤਦ ਸ਼ਿਕਾਰ ਖੇਡ ਕੇ ਆਪਣੇ ਸਰੀਰ ਨੂੰ ਜੂਝਣ ਲਈ ਜੀਵਤ ਰੱਖਣ ਖਾਤਰ ਆਗਿਆ ਹੈ। ਐਸ਼ ਪ੍ਰਸਤੀ ਲਈ ਮਾਸ ਖਾਣ ਦੀ ਬਿਲਕੁਲ ਆਗਿਆ ਨਹੀਂ। ਤਮਾਕੂ ਦੀ ਵਰਤੋਂ ਨਹੀਂ ਕਰਨੀ। ਤਮਾਕੂ ਅਤੇ ਹੋਰ ਨਸ਼ੇ, ਭੰਗ, ਸ਼ਰਾਬ, ਅਫੀਮ, ਚਰਸ, ਗਾਂਜਾ ਆਦਿ ਸਭ ਨਸ਼ਿਆਂ ਦੀ ਗੁਰਮਤ ਵਿੱਚ ਸਖਤ ਮਨਾਹੀ ਹੈ। ਰਹਿਤਾਂ ਹਨ ਕਛਹਿਰਾ, ਕੜਾ, ਕੰਘਾ, ਕੇਸ, ਕਿਰਪਾਨ, 5 ਕਕਾਰਾਂ ਨੂੰ ਸਰੀਰ ਨਾਲੋਂ ਤਿਆਗਣਾ ਨਹੀਂ। ਨਿਸ਼ਾਨ ਇਹ ਸਿੱਖੀ ਈ 5 ਹਰਫ ਕਾਫ, ਹਰਗਿਜ਼ ਨਾ ਬਾਸ਼ਦ ਈ 5 ਮੁਆਫ, ਕੜਾ ਕਾਰ ਦੋ ਕੱਛ ਕੰਘਾ ਬਿਦਾਂ, ਬਿਲਾ ਕੇਸ ਹੇਚ ਅਸਤ ਜੁਮਲਾ ਨਿਸ਼ਾਂ। ਸਵੇਰ ਸ਼ਾਮ 2 ਵੇਲੇ ਕੇਸਾਂ ਨੂੰ ਕੰਘਾ ਕਰਨਾ। ਜਿਹੜੇ ਰੋਮ ਕੰਘੇ ਵਿੱਚੋਂ ਨਿਕਲਣ ਉਸ ਨੂੰ ਸੰਭਾਲ ਕੇ ਰੱਖਣਾ। ਪੈਰਾਂ ਹੇਠ ਨਹੀਂ ਸੁੱਟਣਾ। ਮੀਣੇ, ਮਸੰਦ, ਧੀਰ ਮਲੀਏ, ਰਾਮ ਰਾਈਏ, ਨਰਕ ਧਾਰੀਏ, ਕੁੜੀ ਮਾਰ, ਨੜੀ ਮਾਰ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ। 10 ਨੌਹਾਂ ਦੀ ਸੱਚੀ ਸੁੱਚੀ ਕਿਰਤ ਕਰਨੀ ਅਤੇ ਦਸਵੰਧ ਕੱਢਣਾ। ਸਿੰਘ ਨੇ ਸਿੰਘ ਦੇ ਖਿਲਾਫ ਮੁਕੱਦਮਾ ਨਹੀਂ ਕਰਨਾ, ਨਾ ਹੱਥ ਚੁੱਕਣਾ, ਸਗੋਂ ਸਗਾ ਵੀਰ ਸਮਝ ਕੇ ਝਗੜੇ ਸਾਧ ਸੰਗਤ ਵਿੱਚ ਨਿਪਟਾਉਣੇ। ਸਤਿਗੁਰੂ ਜੀ ਨੇ ਖਾਲਸੇ ਨੂੰ ਸਪਸ਼ਟ ਕਰ ਦਿੱਤਾ ਕਿ ਖਾਲਸਾ ਜੀ ਤੁਸੀਂ ਹੁਣ ਵਾਹਿਗੁਰੂ ਜੀ ਦੇ ਹੋ ਅਤੇ ਫਤਿਹ ਵਾਹਿਗੁਰੂ ਜੀ ਦੀ ਫਤਿਹ ਹੋਵੇਗੀ। ਇਵੇਂ ਸ੍ਰੀ ਕੇਸਗੜ੍ਹ ਤਖਤ ਤੇ ਕੇਸਾਧਾਰੀ ਖਾਲਸੇ ਦੀ ਸਿਰਜਣਾ ਹੋਈ। ਖਾਲਸੇ ਨੂੰ ਸਪਸ਼ਟ ਕੀਤਾ ਕਿ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਇਆ ਹੈ। ਪਿਛਲੀ ਜਾਤ ਪਾਤ, ਦੇਸ਼ ਵੰਡ ਖਤਮ ਹੋ ਗਈ ਹੈ। ਹੁਣ ਤੁਹਾਡਾ ਗੁਰੂ ਘਰ ਵਿੱਚ ਜਨਮ ਹੋਇਆ ਹੈ। ਸਤਿਗੁਰ ਕੇ ਜਨਮੇ ਗਵਨ ਮਟਾਇਆ। ਤੁਸੀਂ ਗੁਰ ਭਾਈ ਬਣ ਗਏ ਹੋ। ਸਕੇ ਵੀਰਾਂ ਨਾਲੋਂ ਵੀ ਗੂੜੀ ਪ੍ਰੀਤ ਤੁਹਾਡੀ ਆਪੋ ਵਿੱਚ ਹੀ ਹੋਣੀ ਚਾਹੀਦੀ ਹੈ। ਸਾਰੇ ਸੋਢੀ ਬੰਸ ਵਿੱਚ ਜਨਮੇ ਹੋ। ਤੁਸੀਂ ਵਾਸੀ ਅਨੰਦਪੁਰ ਸਾਹਿਬ ਦੇ। ਪਿਤਾ ਤੁਹਾਡਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਅਤੇ ਮਾਤਾ ਸਾਹਿਬ ਕੌਰ ਜੀ ਹਨ।
ਤੁਹਾਡੇ ਪੰਜਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਜੋਤ ਪ੍ਰਗਟੀ ਹੈ। ਇਉਂ ਪੂਰੇ ਕਾ ਕੀਆ ਸਭ ਕਿਛ ਪੂਰਾ, ਘਟ ਵੱਧ ਕਿਛ ਨਾਹੀ। ਇਵੇਂ ਗੁਰੂ ਸਿੱਖ, ਸਿੱਖ ਗੁਰੂ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਜਿਵੇਂ ਪ੍ਰਭੂ ਜੀ ਸਵੈੰ ਆਪ ਦੇ ਆਧਾਰ ਤੇ ਹਨ, ਉਹ ਪ੍ਰਭੂ ਜੀ ਆਖਦੇ ਹਨ ਕਿ ਮੈਂ ਭਗਤਾਂ ਦੇ ਅਧੀਨ ਹਾਂ। ਮੈਂ ਗੁਣ ਬੰਧ ਸਕਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਇਵੇਂ ਹੀ ਸਤਿਗੁਰੂ ਜੀ ਨੇ ਖਾਲਸੇ ਨੂੰ ਮਾਣ ਬਖਸ਼ਿਆ। ਪਰ ਖਾਲਸਾ ਕਦੀ ਵੀ ਗੁਰੂ ਦੇ ਬਰਾਬਰੀ ਕਰਨ ਦੀ ਭੁੱਲ ਜਾਂ ਗੁਸਤਾਖੀ ਨਾ ਕਰੇ, ਸਗੋਂ ਸਤਿਗੁਰੂ ਜੀ ਦੀ ਆਗਿਆ ਵਿੱਚ ਰਿਹਾ ਅਤੇ ਸਤਿਗੁਰੂ ਜੀ ਪਹਿਲਾਂ ਵਾਂਗੂ ਤਖਤ ਤੇ ਸੁਭਾਇਮਾਨ ਹੁੰਦੇ ਰਹੇ। ਅੱਗੋਂ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਦਾ ਅਧਿਕਾਰ ਸੌਂਪਿਆ। ਇਤਿਹਾਸ ਦੱਸਦਾ ਹੈ ਕਿ ਦੂਸਰੇ ਦਿਨ ਕਰੀਬਨ 20,000 ਸਿੱਖਾਂ ਨੇ ਅੰਮ੍ਰਿਤ ਛਕਿਆ। ਵਿਸਾਖੀ ਪਿੱਛੋਂ 5 ਦਿਨਾਂ ਦੇ ਅੰਦਰ ਅੰਦਰ 80,000 ਖਾਲਸਾ ਅੰਮ੍ਰਿਤ ਛਕ ਕੇ ਤਿਆਰ ਬਰ ਤਿਆਰ ਹੋ ਕੇ ਸੰਤ ਖਾਲਸਾ ਬਣਿਆ। ਇਵੇਂ ਭਰਮ ਭੇਖ ਤੋਂ ਨਿਆਰੇ ਖਾਲਸੇ, ਤੇਜਵਾਨ ਬਲਵਾਨ ਖਾਲਸੇ ਪ੍ਰਤੀ ਸੈਨਾਪਤੀ ਕਵੀ ਲਿਖਦੇ ਨੇ ਕਿ ਕੀਏ ਜਦ ਬਚਨ ਸਤਿਗੁਰੂ ਕਾਰਨ ਕਰਨ, ਸਰਬ ਸੰਗਤ ਆਦ ਅੰਤ ਮੇਰਾ ਖਾਲਸਾ। ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ, ਮਾਨੇਗਾ ਹੁਕਮ ਸੋ ਤੋ ਹੋਵੇਗਾ ਸਿੱਖ ਸਹੀ, ਨਾ ਮਾਨੇਗਾ ਹੁਕਮ ਸੋ ਤੋ ਹੋਵੇਗਾ ਬੇਹਾਲਸਾ। ਪਾਂਚ ਕੀ ਕੁਸੰਗਤ ਤਾਜ ਸੰਗਤ ਸੋ ਪ੍ਰੀਤ ਕਰੇ, ਦਇਆ ਔਰ ਧਰਮ ਧਾਰ ਤਿਆਗੈ ਸਭ ਲਾਲਸਾ। ਹੁੱਕਾ ਨਹੀਂ ਪੀਵੈ ਸੀਸ ਦਾੜੀ ਨਾ ਮੁੰਡਾਵੈ, ਸੋ ਤੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ। ਜਾਂ ਕੇ ਹਿਰਦੇ ਭਰਮ ਨਾ ਹੋਈ, ਭਰਮ ਭੇਖ ਤੇ ਰਹਿ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਇਵੇਂ ਉੱਚੇ ਸੁੱਚੇ ਆਦਰਸ਼ ਵਾਲਾ, ਵਾਹਿਗੁਰੂ ਜੀ ਦੀ ਪਾਵਨ ਹਜ਼ੂਰੀ ਵਿੱਚ ਵਾਸ ਰੱਖਣ ਵਾਲਾ, ਪਵਿੱਤਰਤਾ, ਧਰਮ, ਨੇਕੀ, ਉਪਕਾਰ, ਉੱਚ ਇਕਲਾਖ ਧਾਰੀ, ਇੱਕ ਜਿਉਂਦੀ ਜਾਗਦੀ ਸੱਤਾ, ਆਪਾ ਨਿਸ਼ਾਵਰ ਕਰਨ ਦਾ ਅਮਿਟ ਉਮਾ, ਕਰਨੀ ਕਹਿਣੀ ਕਥਨੀ ਦਾ ਪੂਰਾ, ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਸੰਤ ਖਾਲਸਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪ੍ਰਗਟ ਕੀਤਾ। ਦੁਸ਼ਟਾਂ ਨਾਲ ਲੋਹਾ ਲੈਣਾ ਖਾਲਸਾ ਪੰਥ ਦਾ ਹੀ ਸ਼ੁਭ ਕਰਮ ਸੀ। ਇਵੇਂ ਚੜ੍ਹਦੀਆਂ ਕਲਾ ਵਿੱਚ ਤ੍ਰਿਸ਼ਨਾ ਤੋਂ ਰਹਿਤ, ਮਰਦਾਊ ਪੁਣੇ ਵਿੱਚ ਕਾਮਲ, ਇਨਸਾਨੀਅਤ ਵਿੱਚ ਮੁਕੰਮਲ ਸਿੰਘ, ਸੰਤ ਸਿਪਾਹੀ ਅੰਦਰੋਂ ਅਨੰਤ ਵਾਹਿਗੁਰੂ ਜੀ ਨਾਲ ਨਿਰੰਤਰ ਲਿਵ ਵਿੱਚ ਜੁੜੇ ਰਹਿਣ ਵਾਲਾ ਖਾਲਸਾ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਜੀ ਦੀ ਅਪਾਰ ਬਖਸ਼ਿਸ਼ ਨਾਲ ਪ੍ਰਗਟ ਹੋਇਆ। ਖਾਲਸੇ ਬਾਰੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮੰਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹੇ ਨਖਾਲਸ ਜਾਣੈ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇੱਥੇ ਹੀ ਬਸ ਨਹੀਂ, ਸਤਿਗੁਰਾਂ ਪਿਆਰ ਵਿੱਚ ਆ ਕੇ ਬਚਨ ਕੀਤਾ ਕਿ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਉ ਕਰੋ ਨਿਵਾਸ, ਖਾਲਸਾ ਮੇਰੋ ਪਿੰਡ ਪ੍ਰਾਨ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਸਤਿਗੁਰ ਪੂਰਾ, ਖਾਲਸਾ ਮੇਰੋ ਸੱਜਣ ਸੂਰਾ। ਇਸ ਸਮੇਂ ਗੁਰੂ ਸਾਹਿਬ ਨੇ ਸੰਗਤ ਨੂੰ ਉਪਦੇਸ਼ ਕਰਦਿਆਂ ਜਿਹੜੀ ਤਕਰੀਰ ਕੀਤੀ, ਉਸ ਨੂੰ ਅਹਿਮਦ ਸ਼ਾਹ ਬਟਾਲਵੀ, ਜੋ ਔਰੰਗਜ਼ੇਬ ਦਾ ਖਬਰ ਰਸਾਂ ਭਾਵ ਖਬਰਾਂ ਪਹੁੰਚਾਉਣ ਵਾਲਾ ਸੀ, ਉਸ ਨੇ ਇਸ ਨੂੰ ਹੇਠ ਲਿਖੇ ਲਫ਼ਜ਼ਾਂ ਵਿੱਚ ਕਲਮਬੰਦ ਕੀਤਾ ਹੈ। ਮੈਂ ਚਾਹੁੰਦਾ ਕਿ ਤੁਸੀਂ ਸਾਰੇ ਇੱਕੋ ਰਾਹ ਤੇ ਚੱਲੋ ਅਤੇ ਇੱਕ ਧਰਮ ਅਪਣਾਓ। ਵੱਖ-ਵੱਖ ਜਾਤਾਂ ਦੇ ਵਖੇਵੇਂ ਮਿਟਾ ਦਿਓ। ਹਿੰਦੂਆਂ ਦੀਆਂ 4 ਜਾਤਾਂ ਜਿਨ੍ਹਾਂ ਦਾ ਵਰਣਨ ਸ਼ਾਸਤਰਾਂ ਵਿੱਚ ਆਇਆ ਹੈ, ਮੁੱਢ ਤੋਂ ਮੁਕਾ ਦਿਓ। ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਨਾ ਸਮਝੋ। ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ ਨਾ ਰੱਖੋ। ਕੋਈ ਵੀ ਗਣੇਸ਼ ਆਦਿ ਵੱਲ ਧਿਆਨ ਨਾ ਦੇਵੇ। ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ। ਰਾਮ, ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਆਦਿ ਨੂੰ ਪੂਜਣ ਦੀ ਕੋਈ ਲੋੜ ਨਹੀਂ। ਸਿਰਫ ਗੁਰੂ ਨਾਨਕ ਸਾਹਿਬ ਤੇ ਬਾਕੀ ਗੁਰੂਆਂ ਉੱਤੇ ਵਿਸ਼ਵਾਸ ਲਿਆਓ। ਸਾਰੀਆਂ ਜਾਤਾਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਛਕ ਕੇ ਇੱਕ ਦੂਜੇ ਲਈ ਪਿਆਰ ਪੈਦਾ ਕਰੋ ਅਤੇ ਨਫ਼ਰਤ ਦੂਰ ਕਰੋ। ਖਾਲਸਾ ਸਾਜਣ ਤੋਂ ਬਾਅਦ ਦਾ ਸੰਖੇਪ ਇਤਿਹਾਸ। ਆਨੰਦਪੁਰ ਸਾਹਿਬ ਛੱਡਿਆ, ਸਰਸਾ ਨਦੀ ਤੇ ਘਮਸਾਣ ਯੁੱਧ ਹੋਇਆ। ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਵਿਛੜ ਗਏ। ਚਮਕੌਰ ਸਾਹਿਬ ਦਾ ਯੁੱਧ ਹੋਇਆ, ਜਿਸ ਵਿੱਚ ਵੱਡੇ ਸਾਹਿਬਜ਼ਾਦੇ ਅਤੇ 5 ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਸ਼ਹੀਦੀ ਪਾ ਗਏ ਅਤੇ ਹੋਰ ਸਿੰਘ ਵੀ ਜੂਝਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ। ਇੱਥੇ ਹੀ ਚਮਕੌਰ ਦੀ ਗੜ੍ਹੀ ਵਿੱਚ ਸਿੰਘਾਂ ਨੇ ਸਤਿਗੁਰੂ ਜੀ ਨੂੰ ਗੜ੍ਹੀ ਛੱਡਣ ਦੀ ਬੇਨਤੀ ਕੀਤੀ, ਜਿਸ ਨੂੰ ਗੁਰੂ ਸਾਹਿਬ ਨੇ ਅਪਰਵਾਨ ਕੀਤਾ ਕਿ ਮੈਂ ਇਸ ਹਾਲਤ ਵਿੱਚ ਗੜ੍ਹੀ ਨਹੀਂ ਛੱਡ ਸਕਦਾ ਅਤੇ ਸਿੰਘਾਂ ਦੇ ਨਾਲ ਹੀ ਸ਼ਹੀਦੀ ਪ੍ਰਾਪਤ ਕਰਾਂਗਾ। ਪਰੰਤੂ
ਜਦ ਪੰਜਾਂ ਨੇ ਹੁਕਮ ਰੂਪ ਵਿੱਚ ਗੁਰੂ ਸਾਹਿਬ ਨੂੰ ਗੜੀ ਛੱਡਣ ਲਈ ਕਿਹਾ ਤਾਂ ਸਤਿਗੁਰੂ ਜੀ ਨੇ ਸੀਸ ਝੁਕਾਇਆ। ਇੱਥੇ ਹੀ ਗੁਰੂ ਸਾਹਿਬ ਜੀ ਨੇ ਬਾਬਾ ਸੰਗਤ ਸਿੰਘ ਜੀ ਨੂੰ ਆਪਣੀ ਜ਼ਿਗਾ ਕਲਗੀ ਆਦਿ ਅਤੇ ਵਸਤਰ ਪਹਿਨਾਏ ਅਤੇ ਇਸ ਤੋਂ ਬਾਅਦ ਇੱਥੋਂ ਸਤਿਗੁਰੂ ਜੀ ਤਾੜੀ ਮਾਰ ਕੇ 10 ਲੱਖ ਦੇ ਘੇਰੇ ਵਿੱਚੋਂ ਨਿਕਲੇ। ਮਾਛੀਵਾੜੇ ਦੇ ਜੰਗਲਾਂ ਵਿੱਚ ਪੁੱਜੇ। ਯਾਰੜੇ ਦੇ ਸੱਥਰ ਤੇ ਲੇਟ ਮਿੱਤਰ ਪਿਆਰੇ ਨੂੰ ਮਰੀਦਾਂ ਦਾ ਹਾਲ ਸੁਣਾਇਆ। ਮਾਛੀਵਾੜੇ ਦੇ ਜੰਗਲਾਂ ਵਿੱਚੋਂ ਉੱਚ ਦੇ ਪੀਰ ਬਣ ਕੇ ਨਿਕਲੇ। ਲੰਮੇ ਜਟਪੁਰੇ ਦੇ ਜੰਗਲਾਂ ਵਿੱਚ ਸੱਦ ਮਾਹੀ ਦੀ ਲਾਉਂਦੇ ਹੋਏ ਦੀਨਾ ਕਾਂਗੜ ਦੇ ਪ੍ਰਸਿੱਧ ਸੂਰਮੇ ਯੋਧ ਰਾਏ ਦੇ ਪੋਤਰੇ ਲਖਮੀਰ ਸ਼ਮੀਰ ਦੇ ਤਖਤ ਮੱਲ ਪਾਸ ਠਹਿਰੇ। ਇੱਥੋਂ ਹੀ ਸਤਿਗੁਰੂ ਜੀ ਨੇ ਜਫਰਨਾਮਾ ਭਾਵ ਜਿੱਤ ਦੀ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਜੀ ਦੇ ਰਾਹੀਂ ਔਰੰਗਜ਼ੇਬ ਪਾਸ ਭੇਜੀ। ਉਸ ਸਮੇਂ ਔਰੰਗਜ਼ੇਬ ਮਰਹਟਿਆਂ ਨਾਲ ਔਰੰਗਾਬਾਦ ਸ਼ਹਿਰ ਪਾਸ ਯੁੱਧ ਵਿੱਚ ਰੁੱਝਿਆ ਹੋਇਆ ਸੀ। ਜਦੋਂ ਔਰੰਗਜ਼ੇਬ ਨੇ ਜ਼ਫਰਨਾਮਾ ਪੜ੍ਹਿਆ ਤਦ ਉਸ ਦੀ ਜ਼ਮੀਰ ਉਸ ਨੂੰ ਲਾਹਣਤਾਂ ਪਾਉਣ ਲੱਗੀ। ਕੀਤੇ ਪਾਪ ਅੱਖਾਂ ਅੱਗੇ ਫਿਲਮ ਦੀ ਰੀਲ ਵਾਂਗੂ ਘੁੰਮਣ ਲੱਗੇ। ਇੱਧਰ ਸਤਿਗੁਰੂ ਜੀ ਮੁਕਤਸਰ ਦੇ ਯੁੱਧ ਪਿੱਛੋਂ ਦਮਦਮਾ ਸਾਹਿਬ ਪੁੱਜੇ। ਦਮਦਮਾ ਸਾਹਿਬ ਦੇ ਲਾਗੇ ਰਾਏਕੋਟ ਵਿੱਚ ਰਾਏ ਕੱਲੇ ਪਾਸ ਠਹਿਰੇ ਹੋਏ ਸਨ। ਤਦੋਂ ਨੂਰੇ ਮਾਹੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਿਰਤਾਂਤ ਸਤਿਗੁਰੂ ਜੀ ਨੂੰ ਸੁਣਾਇਆ। ਤਦ ਸਤਿਗੁਰੂ ਜੀ ਨੇ ਤੀਰ ਦੀ ਨੋਕ ਨਾਲ ਕਾਹੀ ਦਾ ਬੂਟਾ ਜੜੋਂ ਪੱਟ ਕੇ ਫਰਮਾਇਆ ਕਿ ਜ਼ਾਲਮ ਔਰੰਗਜ਼ੇਬ ਦੇ ਰਾਜ ਦੀ ਜੜ ਪੁੱਟੀ ਗਈ। ਤਲਵੰਡੀ ਸਾਬੋ ਵਿਖੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਦੇ ਨਾਲ ਸਤਿਗੁਰਾਂ ਦੇ ਦਰਸ਼ਨਾਂ ਲਈ ਪੁੱਜੇ। ਇੱਥੇ ਹੀ ਭਾਈ ਡੱਲੇ ਦੀ ਪਰਖ ਕੀਤੀ। ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਅਸਥਾਨ ਤੇ ਦੁਬਾਰਾ ਰਚਨਾ ਹੋਈ ਅਤੇ ਭਾਈ ਮਨੀ ਸਿੰਘ ਜੀ ਨੂੰ ਸਾਰੀ ਬਾਣੀ ਦੇ ਅਰਥ ਕਰਵਾਏ। ਇੱਥੋਂ 1706 ਈਸਵੀ ਨੂੰ ਸਤਿਗੁਰੂ ਜੀ ਦੱਖਣ ਵੱਲ ਟੁਰ ਪਏ। ਸਰਸਾ, ਸਰੇਵਾ, ਨੌਰ, ਮਧੂ ਸਿੰਘਾਣਾ, ਪੁਸ਼ਕਰ, ਨਰੈਣਾ, ਲਲੀਗ੍ਰਾਮ, ਮੰਗੇਰ, ਕੁਲਿਤ ਨਗਰ ਆਦਿ ਅਸਥਾਨਾਂ ਤੇ ਹੁੰਦੇ ਜਦੋਂ ਰਾਜਸਥਾਨ ਅਸਥਾਨ ਤੇ ਪੁੱਜੇ ਤਦ ਔਰੰਗਜ਼ੇਬ ਦੀ ਮੌਤ ਦੀ ਖਬਰ ਪੁੱਜ ਗਈ। ਔਰੰਗਜ਼ੇਬ ਦੇ ਪੁੱਤਰਾਂ ਵਿਚਕਾਰ ਤਖਤ ਪ੍ਰਾਪਤੀ ਲਈ ਲੜਾਈ ਹੋਈ। ਬਹਾਦਰ ਸ਼ਾਹ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਸ਼ਰਨ ਵਿੱਚ ਪੁੱਜ ਕੇ ਇਸ ਨੇ ਸਹਾਇਤਾ ਮੰਗੀ। ਲੜਾਈ ਵਿੱਚ ਸਤਿਗੁਰੂ ਜੀ ਨੇ ਬਹਾਦਰ ਸ਼ਾਹ ਦੀ ਮਦਦ ਕੀਤੀ। ਜਿੱਤ ਦੀ ਪ੍ਰਾਪਤੀ ਪਿੱਛੋਂ ਆਗਰੇ ਦੇ ਕਿਲੇ ਵਿੱਚ ਸ਼ਾਹੀ ਦਰਬਾਰ ਲੱਗਾ, ਜਿਸ ਵਿੱਚ ਬਹਾਦਰ ਸ਼ਾਹ ਨੇ ਗੁਰੂ ਜੀ ਨੂੰ ਵਡਮੁੱਲੀਆਂ ਸੁਗਾਤਾਂ ਭੇਟ ਕੀਤੀਆਂ ਅਤੇ ਪੂਰਾ ਸਨਮਾਨ ਕੀਤਾ। ਇਸ ਤੋਂ ਪਿੱਛੋਂ ਸਤਿਗੁਰੂ ਜੀ ਉਜੈਨ, ਨਾਗਪੁਰ, ਲਾਲਾਪੁਰ, ਬਨੇਰਾ, ਉਮਰਾਵਤੀ, ਹਿੰਗੋਲੀ ਤੇ ਬਸਮਤ ਹੁੰਦੇ ਨੰਦੇੜ ਪੁੱਜੇ। ਨੰਦੇੜ ਵਿਖੇ 5 ਪੈਸੇ ਨਾਲੀਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਧਰ ਕੇ ਗੁਰੂ ਸਾਹਿਬ ਜੀ ਨੇ ਆਪ ਨਮਸਕਾਰ ਕੀਤੀ ਅਤੇ ਸਮੁੱਚੇ ਪੰਥ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਆਪ 1765 ਬਿਕਰਮੀ ਮੁਤਾਬਕ 1708 ਈਸਵੀ ਨੂੰ ਸੱਚਖੰਡ ਪਿਆਨਾ ਕਰ ਗਏ ਅਤੇ ਖਾਲਸੇ ਦੇ ਅੰਗ ਸੰਗ ਰਹਿਣ ਦਾ ਬਚਨ ਦੇ ਗਏ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਸੱਚਖੰਡ ਬਰਾਜਣ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਿਸ਼ਾਨ, ਧੌਂਸਾ ਤੇ 5 ਤੀਰ ਦੇ ਕੇ 5 ਸਿੰਘਾਂ ਸਮੇਤ ਸਤਿਗੁਰੂ ਜੀ ਨੇ ਆਪ ਪੰਜਾਬ ਵੱਲ ਤੋਰਿਆ ਅਤੇ 1765 ਬਿਕਰਮੀ ਵਿੱਚ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਜੀ ਵੀ ਹਜੂਰ ਸਾਹਿਬ ਵਿਖੇ ਜੋਤੀ ਜੋਤ ਸਮਾਏ। ਗੁਰਮੁਖ ਪਿਆਰਿਓ, ਗੁਰੂ ਘਰ ਦੀ ਮਰਜ਼ਾਦਾ ਪਰਪੱਕ ਰੂਪ ਵਿੱਚ 10ਵੇਂ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਸੰਪੂਰਨ ਕੀਤੀ ਔਰ ਹੁਕਮ ਕੀਤਾ ਕਿ ਪੰਚਨ ਮੈਂ ਨਿਤ ਵਰਤਨ ਮੈਂ ਹੂੰ, ਪੰਚ ਮਿਲੇ ਸੇ ਪੀਰਨ ਪੀਰ। ਗੁਰੂ ਘਰ ਵਿੱਚੋਂ ਨਾਮ ਦੀ ਪ੍ਰਾਪਤੀ ਅਤੇ ਗੁਰੂ ਧਾਰਨ ਦੀ ਵਿਧੀ 5 ਸਿੰਘਾਂ ਪਾਸੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਛਕ ਕੇ ਹੀ ਹੋ ਸਕਦੀ ਹੈ। ਹੋਰ ਕਿਸੇ ਦੇਹਧਾਰੀ ਗੁਰੂ ਦੀ ਲੋੜ ਸਤਿਗੁਰਾਂ ਨੇ ਅੱਗੋਂ ਲਈ ਹਮੇਸ਼ਾ ਲਈ ਖਤਮ ਕਰ ਦਿੱਤੀ ਅਤੇ ਹੁਕਮ ਕਰ ਦਿੱਤਾ ਕਿ ਪੂਜਾ ਅਕਾਲ ਪੁਰਖ ਦੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਗੁਰੂ ਸਾਹਿਬਾਨ ਨੇ ਇੱਕ ਨੇਕ ਸੱਚੇ ਸੁੱਚੇ ਸੰਤ ਖਾਲਸੇ ਨੂੰ ਉਬਾਰਿਆ, ਦੁਸ਼ਟਾਂ ਨੂੰ ਸੰਘਾਰਿਆ ਅਤੇ ਧਰਮ ਨੂੰ ਪ੍ਰਚਾਰਿਆ। ਇਹੋ ਮਿਸ਼ਨ ਖਾਲਸਾ ਪੰਥ ਨੂੰ ਅੱਗੋਂ ਵਾਸਤੇ ਸਤਿਗੁਰਾਂ ਨੇ